ਸਾਰਿਆਂ ਨੂੰ। ਮੈਂ ਗੁਰਚਰਨ ਸਿੰਘ ਤੁਹਾਡਾ ਆਪਣੇ ਚੈਨਲ ਮੈਥ ਸਟੱਡੀ ਆਫ ਰੀਜ਼ਨ ਤੇ ਸਵਾਗਤ ਕਰਦਾ ਹਾਂ। ਸੋ ਜਿਵੇਂ ਕਿ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਜਮਾਤ ਦੀ ਬੁੱਕ ਜੋ ਅਸੀਂ ਚੈਪਟਰ ਵਾਈਜ਼ ਸੋਲਵ ਕਰਨੀ ਸ਼ੁਰੂ ਕੀਤੀ ਸੀ, ਉਸੇ ਲੜੀ ਤਹਿਤ ਅਸੀਂ ਅੱਜ ਦੂਜਾ ਅਧਿਆਇ ਜਿਹੜਾ ਵਾ ਉਹ ਸ਼ੁਰੂ ਕਰਾਂਗੇ, ਜਿਸ ਦਾ ਨਾਮ ਹੈ ਬਹੁਪਦ। ਬਹੁਪਦ ਕਰਨ ਤੋਂ ਪਹਿਲਾਂ ਸਾਨੂੰ ਪਹਿਲਾਂ ਛੋਟੀ ਜਮਾਤ ਜੋ 6ਵੀਂ 7ਵੀਂ 8ਵੀਂ 9ਵੀਂ 'ਚ ਅਸੀਂ ਜੋ ਪੜ੍ਹਿਆ ਹੈ ਉਹਦੇ ਬਾਰੇ ਕੁਝ ਨਾ ਕੁਝ ਗੱਲਾਂ ਵਾ ਜੋ ਇੰਪੋਰਟੈਂਟ ਹਨ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦਾ ਹੈ ਚੱਲ। ਚੱਲ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ? ਵੇਰੀਏਬਲ। ਚੱਲ ਨੂੰ ਗਣਿਤ ਵਿੱਚ ਦਰਸਾਉਣ ਲਈ ਅਸੀਂ x y z l m ਆਦਿ ਅੱਖਰਾਂ ਦੀ ਵਰਤੋਂ ਕਰਦੇ ਹਾਂ। ਇੱਕ ਚੱਲ ਦੇ ਕਈ ਮੁੱਲ ਹੋ ਸਕਦੇ ਹਨ। ਹੁਣ ਇਹਨਾਂ ਲਾਈਨਾਂ ਨੂੰ ਤੁਹਾਨੂੰ ਥੋੜਾ ਜਿਹਾ ਆਰਡਰ ਲੱਗੂਗਾ, ਇਸ ਕਰਕੇ ਉਦਾਹਰਨਾਂ ਬਣਾਈਆਂ ਵਾ। ਸੋ ਉਦਾਹਰਨਾਂ ਦੇ ਵਿੱਚ ਅਸੀਂ ਲਿਖ ਸਕਦੇ ਹਾਂ ਕਿ ਦੇਖੋ, ਅਸੀਂ ਕਹਿੰਦੇ ਹਾਂ ਕਿ ਇੰਗਲਿਸ਼ ਵਾਲੇ ਅੱਖਰ ਜਿਹੜੇ ਮੈਥ ਦੇ ਵਿੱਚ ਆ ਗਏ। ਸੋ ਇੰਗਲਿਸ਼ ਵਾਲੇ ਅੱਖਰ ਆਉਣ ਦਾ ਕਾਰਨ ਹੀ ਇਹ ਆ ਕਿ ਚੱਲ ਜੋ ਹੁੰਦੇ ਆ ਉਹ ਵੇਰੀ ਕਰਦੇ ਆ। ਮੰਨ ਲਓ ਕਿਸੇ ਨੇ ਕਿਸੇ ਕੋਲ ਪ੍ਰਸ਼ਨ ਪੁੱਛਿਆ ਕਿ ਰਾਮ ਦੇ ਪਿਤਾ ਦੀ ਉਮਰ ਕਿੰਨੀ ਹੈ। ਹੁਣ ਮੈਨੂੰ ਉਹਦੀ ਉਮਰ ਪਤਾ ਹੀ ਨਹੀਂ ਹੈਗੀ। ਰਾਮ ਦੇ ਪਿਤਾ ਦੀ ਉਮਰ ਕਿੰਨੀ ਹੈ? ਸੋ ਮੈਨੂੰ ਉਹਦੀ ਉਮਰ ਪਤਾ ਨਹੀਂ, ਸੋ ਮੈਂ ਆਪਣੇ ਹਿਸਾਬ ਨਾਲ ਮੰਨ ਲਵਾਂਗਾ ਕਿ ਰਾਮ ਦੇ ਪਿਤਾ ਦੀ ਉਮਰ ਜਿਹੜੀ ਹੈ ਉਹ x ਸਾਲ ਹੈ। ਸੋ ਇਹ x ਜੋ ਹੈ ਚੱਲ ਹੈ, ਕਿਉਂਕਿ ਇਹਦੀ ਜਿਹੜੀ ਕੋਈ ਜਿਹੜਾ ਚੱਲ ਦੇ ਕਈ ਮੁੱਲ ਹੋ ਸਕਦੇ, ਮਤਲਬ x ਹੁਣ ਮੈਨੂੰ ਪਤਾ ਹੀ ਨਹੀਂ ਰਾਮ ਦੇ ਪਿਤਾ ਦੀ ਉਮਰ ਕਿੰਨੀ ਹੈ। ਸੋ ਮੇ ਬੀ ਉਹ ਦੋ ਤਾਂ ਨਹੀਂ, ਸੌਰੀ 35 ਸਾਲ ਹੋ ਸਕਦੀ ਹੈ, 34 ਸਾਲ ਹੋ ਸਕਦੀ ਹੈ, 40 ਸਾਲ ਹੋ ਸਕਦੀ ਹੈ, 50 ਹੋ ਸਕਦੀ ਹੈ। ਠੀਕ ਹੈ, ਕਿਸੇ ਵੀ ਤਰੀਕੇ ਨਾਲ ਹੋ ਸਕਦਾ। ਸੋ ਅੱਗੇ ਸਮਝਦੇ ਅਸੀਂ ਕਿ ਸ਼ਾਮ ਦੇ ਪਿਤਾ ਦੀ ਉਮਰ ਰਾਮ ਦੇ ਪਿਤਾ ਦੀ ਉਮਰ ਤੋਂ 2 ਘੱਟ ਹੈ। ਹੁਣ ਦੇਖੋ, ਸ਼ਾਮ ਜਿਹੜਾ ਵਾ ਮੈਂ ਇਸੇ ਪ੍ਰਸ਼ਨ ਨਾਲ ਹੀ ਇਹਨੂੰ ਰਿਲੇਟ ਕਰਤਾ ਵਾ ਕਿ ਸ਼ਾਮ ਦੇ ਪਿਤਾ ਦੀ ਉਮਰ ਰਾਮ ਦੇ ਪਿਤਾ ਦੀ ਉਮਰ ਤੋਂ 2 ਘੱਟ ਹੈ। ਹੁਣ ਰਾਮ ਦੇ ਪਿਤਾ ਦੀ ਉਮਰ ਅਸੀਂ ਉੱਪਰ ਕਿੰਨੀ ਮੰਨੀ ਸੀਗੀ? x ਮੰਨੀ ਸੀ, ਤੇ ਸ਼ਾਮ ਦੇ ਪਿਤਾ ਦੀ ਉਮਰ ਉਹ ਤੋਂ 2 ਘੱਟ ਵਾ। ਸੋ ਮੈਂ x ਦੇ ਵਿੱਚੋਂ ਮਾਈਨਸ ਕਰਤਾ 2। ਸੋ ਇਸ ਤਰੀਕੇ ਨਾਲ ਅਸੀਂ ਇਹਨੂੰ ਲਿਖ ਸਕਦੇ ਇੱਥੇ ਕਿ x - 2 ਸਾਲ ਹੈ। ਠੀਕ ਹੈ, ਮੇਨ ਚੱਲ ਬਾਰੇ ਸਮਝਣਾ ਕਿ ਚੱਲ ਅਸੀਂ ਉਹਨਾਂ ਨੂੰ ਇੰਗਲਿਸ਼ ਵਾਲੇ ਅੱਖਰਾਂ ਨੂੰ ਦਰਸਾਉਂਦੇ ਹਾਂ, ਜਿਵੇਂ ਸਭ ਤੋਂ ਜ਼ਿਆਦਾ ਫੇਮਸ x y z l m ਹੈ। ਠੀਕ ਹੈ, ਤੇ ਵੈਸੇ ਹੋਰ ਵੀ ਕਈ ਅੱਖਰ ਅਸੀਂ ਵਰਤ ਸਕਦੇ ਹਾਂ। ਸੋ ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆਉਂਦਾ ਹੈ ਅਚਲ। ਠੀਕ ਹੈ, ਅਚਲ ਨੂੰ ਇੰਗਲਿਸ਼ ਦੇ ਵਿੱਚ ਕੌਂਸਟੈਂਟ ਕਹਿੰਦੇ ਆ, ਤੇ ਅਚਲ ਦਾ ਇੱਕ ਨਿਸ਼ਚਿਤ ਮੁੱਲ ਹੁੰਦਾ ਹੈ। ਜਿੱਦਾਂ ਚੱਲ ਦਾ ਜਿਹੜਾ ਵਾ ਉਹ ਇੱਕ ਨਿਸ਼ਚਿਤ ਮੁੱਲ ਨਹੀਂ ਹੁੰਦਾ, ਉਹਦੇ ਮੁੱਲ ਵੱਖਰੇ ਵੱਖਰੇ ਹੋ ਸਕਦੇ ਆ। ਠੀਕ ਹੈ, ਅਕੋਰਡਿੰਗ ਟੂ ਦਾ ਮਤਲਬ ਪ੍ਰਸ਼ਨ ਕਹਿ ਸਕਦੇ ਹਾਂ ਅਸੀਂ। ਸੋ ਇੱਥੇ ਜੋ ਅਚਲ ਹੁੰਦੇ ਆ ਉਹਨਾਂ ਦੀਆਂ ਪੱਕੀਆਂ ਵੈਲਿਊਜ਼ ਹੁੰਦੀਆਂ, ਜਿੱਦਾਂ 2 ਮੈਂ ਕਹਤਾ ਕਿ ਰਾਮ ਦੇ ਪਿਤਾ ਦੀ ਜਿਹੜੀ ਉਮਰ ਵਾ ਉਹ 25 ਹੈ। ਇਹਦਾ ਮਤਲਬ ਪੱਕੀ ਗੱਲ ਆ ਕਿ ਉਹ 25 ਹੀ ਰਹਿਣੀ। ਠੀਕ ਹੈ, ਸੋ ਜਿੱਦਾਂ 2 - 4 ਜਿੰਨੇ ਵੀ ਗਿਣਤੀ ਵਾਲੇ ਅੱਖਰ ਆ ਉਹਨਾਂ ਨੂੰ ਅਸੀਂ ਅਚਲ ਸੰਖਿਆ ਅਚਲ ਕਹਿੰਦੇ ਆ, ਮਤਲਬ ਸੰਖਿਆਵਾਂ ਤਾਂ ਨਹੀਂ, ਅਚਲ ਕਹਿੰਦੇ ਆ। ਸੋ ਚੱਲ ਤੇ ਅਚਲ ਤੋਂ ਬਾਅਦ ਸਾਡੇ ਕੋਲ ਵਿਅੰਜਕ ਆਉਂਦੇ ਆ, ਜਿਨ੍ਹਾਂ ਨੂੰ ਇੰਗਲਿਸ਼ ਦੇ ਵਿੱਚ ਅਸੀਂ ਐਕਸਪ੍ਰੈਸ਼ਨ ਕਹਿ ਦਿੰਦੇ ਹਾਂ। ਸੋ ਇਹਨਾਂ ਨੂੰ ਅਸੀਂ ਬੀਜ ਗਣਿਤਿਕ ਵਿਅੰਜਕ ਵੀ ਕਹਿ ਦਿੰਦੇ ਹਾਂ। ਠੀਕ ਹੈ, ਸੋ ਇਹ ਧਿਆਨ ਨਾਲ ਸਮਝਣ ਵਾਲੀ ਗੱਲ ਆ। ਇਸ ਤੋਂ ਬਾਅਦ ਅਸੀਂ ਬਹੁਪਦ ਤੇ ਆਵਾਂਗੇ। ਚੱਲ, ਅਚਲ ਅਤੇ ਗਣਿਤ ਦੇ 4 ਮੂਲ ਸਿਧਾਂਤ ਪਲੱਸ ਮਾਈਨਸ ਡਿਵਾਈਡ ਮਲਟੀਪਲਾਈ ਨੂੰ ਮਿਲਾ ਕੇ ਵਿਅੰਜਕ ਬਣਦੇ ਆ। ਜਿਵੇਂ ਦੇਖੋ, ਮੈਂ ਇੱਥੇ ਗਿਣਤੀ ਵਾਲੇ ਅੱਖਰ ਦੇ ਨਾਲ ਇੱਕ x ਪਾਤਾ ਜਿਹੜਾ ਕਿ ਚੱਲ ਵਾ। x ਕੀ ਆ? ਚੱਲ, ਤੇ 4 ਅਚਲ ਵਾ। ਇਹਨਾਂ ਨੂੰ ਮੈਂ ਗੁਣਾ ਕਰਤਾ ਆਪਸ ਦੇ ਵਿੱਚ। ਜਦੋਂ ਅਸੀਂ ਦੋ ਅੱਖਰ ਮੈਥ ਦੇ ਵਿੱਚ ਸੇਮ ਪਾਉਂਦੇ ਆ, 4 ਤੇ x ਦਾ ਮਤਲਬ ਆਪਸ 'ਚ ਗੁਣਾ ਹੁੰਦੇ, ਪਰ ਅਸੀਂ ਦਰਸਾਉਂਦੇ ਨਹੀਂ, ਅਸੀਂ ਪਾ ਇੱਦਾਂ ਹੀ ਦਿੰਦੇ ਆ। ਸੋ ਉਹਦੇ ਵਿੱਚ ਮੈਂ ਇੱਕ ਜਮਾ ਯੂਜ਼ ਕਰਕੇ 5 ਪਾਤਾ। ਠੀਕ ਹੈ, ਸੇਮ ਇਦਾਂ ਹੀ 7/2 ਸਾਡੇ ਕੋਲ ਅਚਲ ਵਾ, x ਸਾਡੇ ਕੋਲ ਚੱਲ ਵਾ, ਪਲੱਸ ਇੱਕ ਆਪਰੇਸ਼ਨ ਲਾਤਾ ਕੋਈ ਚਾਰਾਂ ਦੇ ਵਿੱਚੋਂ, ਤਾਂ ਇੱਥੇ 9 ਆ ਗਿਆ। ਮੈਂ ਹੋਰ ਵੀ ਲਿਖ ਸਕਦਾ, ਜਿਵੇਂ ਜਿੱਦਾਂ ਲਿਖਿਆ 4xy, ਇਹਦੇ ਵਿੱਚ ਮੈਂ ਦੋ ਚੱਲ ਲੈ ਲਏ, ਇੱਕ x ਚੱਲ ਲੈ ਲਿਆ, ਇੱਕ y ਚੱਲ ਲੈ ਲਿਆ, ਤੇ ਉਹਨੂੰ ਫਿਰ ਅਚਲ 4 ਨਾਲ ਗੁਣਾ ਕਰਤਾ, ਜਮਾ ਪਾਤਾ, 7y ਪਾਤਾ ਵਾ, ਫਿਰ 9z ਪਾਤਾ। ਸੋ ਇਹ ਵੀ ਇੱਕ ਵਿਅੰਜਕ। ਇਦਾਂ ਤੁਸੀਂ ਕਰੋੜਾਂ ਹੀ ਵਿਅੰਜਕ ਜਿਹੜੇ ਉਹ ਲਿਖ ਸਕਦੇ। ਜਿਵੇਂ ਮੈਂ ਇੱਥੇ ਇਦਾਂ ਵੀ ਲਿਖ ਸਕਦਾ ਕਿ 5x + 7y ਡਿਵਾਈਡਡ ਬਾਏ, ਮਤਲਬ ਤਕਸੀਮ ਵੀ ਯੂਜ਼ ਕਰ ਲਈ, 8 - 5z। ਸੋ ਇਹ ਵੀ ਇੱਕ ਵਿਅੰਜਕ। ਠੀਕ ਹੈ, ਸੋ ਮਤਲਬ ਤੁਸੀਂ ਚੱਲ, ਅਚਲ ਅਤੇ ਗਣਿਤ ਦੇ 4 ਮੂਲ ਸਿਧਾਂਤ ਜਿਹੜੇ ਮਰਜ਼ੀ ਲਗਾ ਕੇ ਤੁਸੀਂ ਕੋਈ ਵੀ ਇੱਕ ਚੀਜ਼ ਲਿਖ ਦੋਗੇ ਤਾਂ ਉਹਨੂੰ ਅਸੀਂ ਵਿਅੰਜਕ ਹੀ ਕਹਿੰਦੇ ਆ। ਉਹਦੇ ਵਿੱਚ ਇੰਗਲਿਸ਼ ਵਾਲੇ ਰਕਮ ਹੋਣਗੇ ਜਿਨ੍ਹਾਂ ਨੂੰ ਅਸੀਂ ਚੱਲ ਕਹਿੰਦੇ ਆ, ਗਿਣਤੀ ਵਾਲੇ ਅੱਖਰ ਹੋਣਗੇ ਜਿਨ੍ਹਾਂ ਨੂੰ ਅਸੀਂ ਅਚਲ ਕਹਿੰਦੇ ਆ, ਤੇ ਇੰਗਲਿਸ਼ ਵਾਲੇ ਅੱਖਰ ਹੋਣਗੇ x y z, ਉਹਨਾਂ ਨੂੰ ਅਸੀਂ ਮਤਲਬ ਮਿਲਾ ਕੇ
ਜਮਾ ਘਟਾਓ ਤਕਸੀਮ ਤੇ ਗੁਣਾ ਨੂੰ ਮਿਲਾ ਕੇ ਅਸੀਂ ਇੱਕ ਵਿਅੰਜਕ ਤਿਆਰ ਕਰ ਦਿੰਦੇ ਹਾਂ। ਠੀਕ ਹੈ, ਜਿਵੇਂ ਮੈਂ ਨੀਚੇ ਕਾਫੀ ਉਦਾਹਰਨਾਂ ਲਿਖੀਆਂ ਵਾ, 4/x ਇੰਗਲਿਸ਼ ਵਾਲੀ ਰਕਮ ਆ, ਜਮਾ ਵਾ, ਠੀਕ ਹੈ, ਗਿਣਤੀ ਵਾਲੇ ਅੱਖਰ ਵਾ ਜਿਨ੍ਹਾਂ ਨੂੰ ਅਸੀਂ ਅਚਲ ਕਹਿੰਦੇ ਆ। ਸੋ ਇਸ ਤਰੀਕੇ ਨਾਲ ਅਸੀਂ ਬਹੁਤ ਸਾਰੇ ਜਿਹੜੇ ਲਿਖ ਸਕਦੇ। ਮੈਂ ਟੀ ਲਿਖਿਆ ਵਾ, ਯੂ ਲਿਖਿਆ ਵਾ, ਸੋ ਸਾਰੇ ਹੀ ਜਿਹੜੇ ਆ ਇਹ ਵਿਅੰਜਕ ਹਨ। ਠੀਕ ਹੈ, ਸੋ ਵਿਅੰਜਕ ਦੇ ਬਾਰੇ ਥੋੜੇ ਜਿਹੇ ਮੈਂ ਪ੍ਰਸ਼ਨ ਵੀ ਲਿਖਿਆ, ਮੈਂ ਤੁਹਾਨੂੰ ਥੋੜੀ ਜਿਹੀ ਹੈਲਪ ਕਰਨਗੇ ਜਿੱਦਾਂ ਜਿੱਦਾਂ ਅਸੀਂ 10ਵੀਂ ਦੇ ਵਿੱਚ ਅੱਗੇ ਵਧਾਂਗੇ। ਮੈਂ ਲਿਖਿਆ ਕਿ ਰਾਮ ਦੀ ਉਮਰ ਸ਼ਾਮ ਦੀ ਉਮਰ ਦਾ ਦੁੱਗਣਾ ਹੈ। ਮਤਲਬ ਜੇ ਸ਼ਾਮ ਦੀ ਉਮਰ ਦਾ ਦੁੱਗਣਾ, ਜੇ ਸ਼ਾਮ ਦੀ ਉਮਰ 5 ਵਾ ਤਾਂ ਰਾਮ ਦੀ ਉਮਰ ਦੁੱਗਣੀ ਹੈ, ਮਤਲਬ 10 ਹੋਊਗੀ। ਠੀਕ ਹੈ, 10 ਸਾਲ ਹੋਏਗੀ। ਸੋ ਮੈਂ ਇੱਥੇ ਮੰਨਿਆ ਵਾ ਕਿ ਸ਼ਾਮ ਦੀ ਉਮਰ ਮੈਂ ਕਿੰਨੀ ਮੰਨ ਲਈ, x ਮੰਨ ਲਈ, ਤੇ ਰਾਮ ਦੀ ਉਮਰ ਕੀ ਬਣ ਜਾਊਗੀ, ਦੁੱਗਣੀ ਹੈ, ਮਤਲਬ 2 ਗੁਣਾ x। ਤੇ ਇਹ ਸਾਡਾ ਇੱਕ 2x ਜਿਹੜਾ ਇੱਕ ਵਿਅੰਜਕ ਬਣ ਗਿਆ ਵਾ ਸਾਡਾ। ਠੀਕ ਹੈ, ਇਦਾਂ ਸਾਡੀਆਂ ਜਿਹੜੀਆਂ ਰਕਮਾਂ ਦੇ ਵਿੱਚੋਂ ਵਿਅੰਜਕ ਬਣਦੇ ਆ, ਤੇ ਵਿਅੰਜਕਾਂ ਨੂੰ ਫਿਰ ਅੱਗੇ ਅਸੀਂ ਸੋਲਵ ਕਰਦੇ ਹਾਂ, ਉਹ ਅਸੀਂ ਫਰਦਰ ਦੇਖਾਂਗੇ ਅੱਗੇ। ਦੂਜਾ ਪ੍ਰਸ਼ਨ ਬਣਾਇਆ ਕਿ ਰਾਮ ਦੀ ਉਮਰ ਸ਼ਾਮ ਦੀ ਉਮਰ ਤੋਂ 10 ਵੱਧ ਹੈ। ਦੇਖੋ ਸੇਮ ਮੈਂ ਉਹੀ ਲੈ ਲਿਆ ਕਿ ਸ਼ਾਮ ਦੀ ਉਮਰ ਮੈਂ x ਮੰਨੀ ਸੀ, ਰਾਮ ਦੀ ਉਮਰ ਸ਼ਾਮ ਤੋਂ 10 ਵੱਧ ਵਾ। ਜੇ 10 ਵੱਧ ਵਾ ਤੇ ਰਾਮ ਦੀ ਉਮਰ, ਸ਼ਾਮ ਦੀ ਉਮਰ ਕਿੰਨੀ ਸੀ x, ਉਹਦੇ ਵਿੱਚ 10 ਜੋੜ ਦੂੰਗਾ। ਜੇ 50 ਹੋਊਗੀ ਤਾਂ 10 60 ਹੋ ਜਾਏਗੀ, ਪਰ ਮੈਨੂੰ ਪਤਾ ਨਹੀਂ ਸੀਗਾ ਉਹ ਕੀ ਆ। ਸੋ ਮੈਂ ਚੱਲ ਲਿਖਿਆ x, ਤੇ x ਜਮਾ 10 ਲਿਖਤਾ, ਤੇ ਇਹ ਵੀ ਮੇਰੇ ਕੋਲ ਇੱਕ ਵਿਅੰਜਕ ਬਣ ਗਿਆ ਵਾ। ਤੇ ਇਹ ਵਿਅੰਜਕ ਨੂੰ ਹੀ ਮੈਂ ਲਿਖ ਸਕਦਾ ਕਿ ਜੇ ਮੈਨੂੰ ਕੋਈ ਦੱਸ ਦੇਗਾ ਕਿ ਸ਼ਾਮ ਦੀ ਉਮਰ 50 ਵਾ ਤਾਂ ਇਹ 60 ਸਾਲ ਰਾਮ ਦੀ ਉਮਰ ਆ ਜਾਏਗੀ। ਉਹ ਅੱਗੇ ਅਸੀਂ ਫਰਦਰ ਦੇਖਾਂਗੇ। ਇਹ ਵਿਅੰਜਕ ਬਣ ਜਾਂਦੇ ਇਦਾਂ ਸਾਡੀਆਂ ਰਕਮਾਂ ਦੇ ਵਿੱਚੋਂ। ਠੀਕ ਹੈ, ਸੋ ਇਹ ਤੁਹਾਨੂੰ ਸਮਝਣਾ ਜ਼ਰੂਰੀ ਹੈ, ਕਿਤੇ ਲਿਖ ਕੇ ਇਹਨਾਂ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਣਾ ਤੁਸੀਂ, ਕਿ ਤੁਹਾਨੂੰ ਕਿਤੋਂ ਵੀ ਕੋਈ ਪ੍ਰੋਬਲਮ ਨਾ ਆਵੇ। ਕਿ ਸਭ ਤੋਂ ਪਹਿਲਾਂ ਚੱਲ ਹੁੰਦੇ ਆ, ਠੀਕ ਹੈ, ਫਿਰ ਚੱਲ ਹੁੰਦੇ ਆ, ਫਿਰ ਉਹਨਾਂ ਨੂੰ ਮਿਲਾ ਕੇ ਵਿਅੰਜਕ ਬਣਦੇ ਆ। ਠੀਕ ਹੈ, ਵਿਅੰਜਕਾਂ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੀਜਰ ਆ ਉਹ ਸਾਡਾ ਜਿਹੜਾ ਹੈ ਉਹ ਬਹੁਪਦ ਦਾ ਹੈ। ਸੋ ਸਾਡੇ ਕੋਲ ਨੈਕਸਟ ਆਉਂਦਾ ਹੈ ਬਹੁਪਦ। ਹੁਣ ਉਹਨਾਂ ਵਿਅੰਜਕਾਂ ਨੂੰ, ਦੁਨੀਆ ਵਿੱਚ ਕਰੋੜਾਂ ਹੀ ਵਿਅੰਜਕ ਹੋ ਸਕਦੇ ਆ, ਉਹਨਾਂ ਚੋਂ ਕੁਝ ਵਿਅੰਜਕ ਜਿਹੜੇ ਆ ਉਹ ਬਹੁਪਦ, ਮਤਲਬ ਉਹਨਾਂ ਵਿਅੰਜਕਾਂ ਨੂੰ ਅਸੀਂ ਬਹੁਪਦ ਆਖਦੇ ਹਾਂ ਜਿਨ੍ਹਾਂ ਦੇ ਚਲਾਂ ਦੀ ਘਾਤ ਗੈਰ ਰਿਣਾਤਮਕ ਸੰਪੂਰਨ ਸੰਖਿਆ ਹੋਵੇ। ਹੁਣ ਗੈਰ ਰਿਣਾਤਮਕ ਮੈਂ ਤੁਹਾਨੂੰ ਅੱਗੇ ਵੀ ਸਮਝਾਇਆ ਮੇਰੀਆਂ ਪੁਰਾਣੀਆਂ ਵੀਡੀਓ ਜੇ ਤੁਸੀਂ ਦੇਖਿਆ ਹੋਗੇ ਸੰਖਿਆ ਪ੍ਰਣਾਲੀ ਵਾਲੀ, ਕਿ ਗੈਰ ਰਿਣਾਤਮਕ ਦੇ ਵਿੱਚ ਮਤਲਬ ਸੰਪੂਰਨ ਸੰਖਿਆਵਾਂ ਉਹ ਆਉਂਦੀਆਂ ਜਿਹੜੀਆਂ ਨੈਗੇਟਿਵ ਨਾ ਹੋਣ। ਠੀਕ ਹੈ, ਰਿਣਾਤਮਕ ਦਾ ਮਤਲਬ ਹੁੰਦਾ ਨੈਗੇਟਿਵ, ਗੈਰ ਦਾ ਮਤਲਬ ਉਹਦੇ ਉਲਟ ਮਤਲਬ ਪੋਜ਼ਿਟਿਵ। ਸੋ ਪੋਜ਼ਿਟਿਵ ਸਾਰੀਆਂ ਰਕਮਾਂ ਤੇ ਇਹਦੇ ਵਿੱਚ ਇੱਕ 0 ਆ ਜਾਂਦਾ ਵਾਧੂ। ਠੀਕ ਹੈ, ਹੁਣ ਘਾਤ ਦੇ ਬਾਰੇ ਸਮਝਣਾ ਤੁਸੀਂ। ਘਾਤ ਕੀ ਹੁੰਦਾ ਵਾ, ਜੇ ਮੰਨ ਲਓ ਸਪੋਜ਼ ਕਰੋ ਕਿ ਮੈਂ 2 ਦੀ ਪਾਵਰ 5 ਲਿਖਦਾ ਵਾਂ, ਇਹ ਲਿਖਦੇ ਅਸੀਂ 2 ਦੀ ਘਾਤ 5 ਹੈ, ਮਤਲਬ ਇਹ 2 ਦੀ ਘਾਤ 5 ਵਾ। ਇਹਦਾ ਮਤਲਬ ਅਸੀਂ ਪੜਿਆ ਹੋਇਆ ਕਿ 2 ਦੀ ਪਾਵਰ 5 ਹੋਵੇ ਤਾਂ 2 ਨੂੰ 5 ਵਾਰੀ ਗੁਣਾ ਕਰਨਾ ਅਸੀਂ। ਠੀਕ ਹੈ, ਸੋ ਇਸ ਤਰੀਕੇ ਨਾਲ ਘਾਤ ਸਮਝ ਲੈਣਾ। ਬਹੁਪਦ, ਉਹਨਾਂ ਵਿਅੰਜਕਾਂ ਨੂੰ ਅਸੀਂ ਬਹੁਪਦ ਆਖਦੇ ਹਨ ਜਿਨ੍ਹਾਂ ਦੇ ਚਲਾਂ ਦੀ ਘਾਤ ਜਿਹੜੀ ਆ ਉਹ ਗੈਰ ਰਿਣਾਤਮਕ ਹੋਣ। ਦੇਖੋ ਇੱਥੇ ਹੁਣ x ਦੀ ਘਾਤ ਕਿੰਨੀ ਆ, ਇੱਥੇ ਜਿੱਥੇ ਕੁਐਸਚਨ ਆਵੇ ਉੱਥੇ 1 ਵਾ। ਇੱਥੇ y ਦੀ ਘਾਤ ਕਿੰਨੀ ਆ, ਇੱਥੇ ਵੀ 1 ਵਾ। ਇੱਥੇ x ਦੀ ਘਾਤ ਕਿੰਨੀ ਆ, 1। ਬਾਕੀ ਤੇ ਕਿਤੇ ਵੀ ਜਿਹੜਾ ਇੰਗਲਿਸ਼ ਵਾਲਾ ਅੱਖਰ ਕੋਈ ਹੈ ਹੀ ਨਹੀਂ। ਠੀਕ ਹੈ, ਜਿਹੜਾ ਚੱਲ ਹੁੰਦਾ ਵਾ ਉਹ ਇੰਗਲਿਸ਼ ਵਾਲਾ ਅੱਖਰ ਹੁੰਦਾ ਵਾ ਕਿਸੇ ਵੀ ਬਹੁਪਦ ਦੇ ਵਿੱਚ ਜਾਂ ਵਿਅੰਜਕ ਦੇ ਵਿੱਚ। ਸੋ ਇੱਥੇ ਸਾਰੇ ਹੀ ਇਹਦੇ ਵਿੱਚੋਂ ਹੀ ਆਉਂਦੇ ਆ। ਸੋ ਅਸੀਂ ਕਹਾਂਗੇ ਇਹ ਜਿਹੜਾ ਵਾ ਬਹੁਪਦ ਹੈ। ਹੁਣ ਇਹਦੇ ਵਿੱਚ ਦੇਖੋ ਇਹ ਜਿਹੜਾ xy ਨੀਚੇ ਆ ਗਿਆ, ਇਹਦੀ ਘਾਤ ਇੱਥੇ 1 ਵਾ, ਪਰ ਜਦੋਂ ਅਸੀਂ ਇਹਨੂੰ ਉੱਪਰ ਲੈ ਕੇ ਜਾਵਾਂਗੇ ਤਾਂ ਇਹਦੀ ਘਾਤ x ਦੀ ਪਾਵਰ -1 ਬਣ ਜਾਣੀ ਆ, ਤੇ ਬਾਕੀ ਤਾਂ ਪਹਿਲਾਂ ਹੀ ਉੱਤੇ ਆ y ਜਮਾ z। ਸੋ ਇੱਥੇ ਇਹਦੀ ਘਾਤ 1 ਵਾ, ਇਹਦੀ ਵੀ 1 ਵਾ, ਬਟ ਇਹਦੀ ਇੱਕ ਘਾਤ ਕਿੰਨੀ ਆ ਗਈ ਆ, -1, ਜਿਹੜੀ ਇਹਦੇ ਵਿੱਚੋਂ ਨਹੀਂ ਹੈਗੀ। ਸੋ ਇਸ ਕਰਕੇ ਅਸੀਂ ਇਹਨੂੰ ਕਵਾਂਗੇ ਇਹ ਬਹੁਪਦ ਨਹੀਂ ਹੈ। ਠੀਕ ਹੈ, ਕਲੀਅਰ। ਬਹੁਪਦ ਬਾਰੇ ਸਮਝਣਾ, ਚਲਾਂ ਤੋਂ ਸਾਨੂੰ ਪਤਾ ਲੱਗਦਾ ਵਾ, ਇੰਗਲਿਸ਼ ਵਾਲੇ ਅੱਖਰਾਂ ਨੂੰ ਅਸੀਂ ਚੱਲ ਕਹਿੰਦੇ ਹਾਂ। ਹੁਣ ਇਹਦੇ ਵਿੱਚ ਦੇਖੋ x ਦੀ ਘਾਤ 2 ਹੈ, ਮਤਲਬ x ਦੀ ਜਿਹੜੀ ਘਾਤ ਵਾ ਉਹ 2 ਆ, ਮਤਲਬ ਇਹਦੇ ਵਿੱਚੋਂ ਹੀ ਆ। ਠੀਕ ਹੈ, ਫਿਰ x ਦੀ ਇੱਥੇ ਘਾਤ 1 ਵਾ, ਹੋਰ ਕਿਤੇ x ਹੈ ਹੀ ਨਹੀਂ, ਇਹਦੇ ਵਿੱਚੋਂ ਹੀ ਹੈ ਵੀ। ਸੋ ਇਹ ਵੀ ਸਾਡਾ ਕੀ ਹੋ ਜਾਏਗਾ, ਇਹ ਵੀ ਬਹੁਪਦ ਹੈ। ਕਲੀਅਰ। ਸੋ ਨੈਕਸਟ ਸਾਡੇ ਕੋਲ xy ਆ ਗਿਆ। ਹੁਣ ਦੇਖੋ ਇਹਦੀ ਘਾਤ ਇੱਥੇ ਵੀ 1 ਹੈ, ਇੱਥੇ ਵੀ 1 ਹੈ। ਜਦੋਂ ਮੈਂ ਇਹਨੂੰ ਉੱਤੇ ਲੈ ਕੇ ਜਾਊਂਗਾ ਇੱਥੇ x ਦੀ ਪਾਵਰ -1 ਹੋ ਜਾਏਗਾ। ਜਦੋਂ ਹੀ ਸਾਡਾ 8ਵੀਂ ਜਮਾਤ ਦਾ ਰੂਲ ਅਸੀਂ ਇੱਕ ਘਾਤ ਵਾਲੀਆਂ ਚੈਪਟਰ ਦੇ ਵਿੱਚ ਪੜ੍ਹਿਆ ਸੀ ਕਿ ਜਦੋਂ ਹੀ ਕੋਈ ਵੀ ਥੱਲੇ ਰਕਮ ਉਹਨੂੰ ਉੱਤੇ ਲੈ ਕੇ ਜਾਣੀ, ਉਹਦੀ ਘਾਤ ਜਿਹੜੀ ਆ ਉਹ ਉਲਟ ਹੋ ਜਾਣੀ, ਮਤਲਬ ਜੇ ਪਲੱਸ ਦੀ ਆ ਤੇ ਮਾਈਨਸ ਦੀ ਹੋ ਜਾਣੀ ਆ। ਸੋ ਜਮਾ 5 ਇੱਦਾਂ ਹੀ ਰਹੇਗਾ। ਹੁਣ ਦੇਖੋ ਜਿਹੜਾ -1 ਉਹ ਇਹਦੇ ਵਿੱਚ ਨਹੀਂ ਆਉਂਦਾ। ਸੋ ਇਸ ਕਰਕੇ ਕਹਾਂਗੇ ਅਸੀਂ ਇਹ ਬਹੁਪਦ ਨਹੀਂ ਹੈ। ਕਲੀਅਰ। ਸੋ ਨੈਕਸਟ ਦੇਖੋ ਹੁਣ ਇਹਦੇ ਵਿੱਚ ਜਿਹੜੀ ਆ ਵਰਗਮੂਲ ਹੁੰਦਾ ਵਾ, ਇਹ ਜਿਹੜਾ ਹੁੰਦਾ ਵਾ ਇਹਦਾ ਮਤਲਬ ਹੁੰਦਾ 1/2।
ਠੀਕ ਹੈ। ਹੁਣ ਇੱਥੇ x ਵਾ, ਇੰਗਲਿਸ਼ ਵਾਲਾ ਅੱਖਰ ਚੱਲ ਵਾ, ਇਹ ਵੀ 1 ਵਾ, ਪਲੱਸ 4। ਸੋ ਤੁਸੀਂ ਦੇਖੋਗੇ ਜਿਹੜਾ ਇਹਦੀ ਘਾਤ ਆਈ ਹੈ ਨਾ, ਇਹ ਜਿਹੜੀ ਪਾਵਰ ਜਿਹਨੂੰ ਕਹਿੰਦੇ ਇੰਗਲਿਸ਼ ਦੇ ਵਿੱਚ, ਇਹ 1/2 ਆ ਗਈ, ਜਿਹੜੀ ਕਿ ਇਹਦੇ ਵਿੱਚੋਂ ਨਹੀਂ ਆਈ, ਕਿਉਂਕਿ 1/2 ਬਟਿਆਂ ਵਾਲੀਆਂ ਸੰਖਿਆਵਾਂ ਸੰਪੂਰਨ ਸੰਖਿਆਵਾਂ ਨਹੀਂ ਹੁੰਦੀਆਂ। ਸੋ ਇਸ ਕਰਕੇ ਇਹ ਵੀ ਬਹੁਪਦ ਨਹੀਂ ਹੈ। ਫਿਰ ਇਦਾਂ ਦੇ ਬਹੁਤ ਸਾਰੇ, ਜਿੱਦਾਂ ਦੇਖੋ ਹੁਣ ਇਹਦੇ ਵਿੱਚ x ਦੀ ਪਾਵਰ 3/2 ਆ ਗਿਆ, ਤੁਸੀਂ ਇਹਨੂੰ ਲਿਖ ਸਕਦੇ ਆ x ਦੀ ਪਾਵਰ 3/2, ਇਹ ਵੀ ਇੱਕ ਰੋਂਗ ਹੋ ਗਿਆ। ਇੱਥੇ x ਦੀ ਪਾਵਰ 1 ਵਾ, ਇਹ ਉੱਪਰ ਜਾ ਕੇ x ਦੀ ਪਾਵਰ -1 ਪਲੱਸ 6, ਸੋ ਇਹ ਵੀ ਬਹੁਪਦ ਨਹੀਂ ਹੈ। ਬਸ ਤੁਸੀਂ ਇਹ ਦੇਖਣਾ ਕਿ ਇੱਥੇ ਸਾਡੇ ਕੋਲ ਆਹ ਬਹੁਪਦ ਬਣਿਆ ਇੱਕ, ਇਹਦੇ ਵਿੱਚ ਜਿਹੜੀਆਂ ਘਾਤ ਸੀਗੀਆਂ ਉਹ 2 ਸੀਗੀ, 1 ਸੀਗੀ, ਮਤਲਬ ਇਹਦੇ ਵਿੱਚੋਂ ਹੀ ਸੀਗੀ। ਗੈਰ ਰਿਣਾਤਮਕ ਸੰਪੂਰਨ ਸੰਖਿਆਵਾਂ ਸੀ ਇਹਦੇ ਵਿੱਚ ਵੀ, ਠੀਕ ਹੈ, ਬਹੁਪਦ ਹੈ। ਠੀਕ ਹੈ, ਸੋ ਇਹ ਮੇਰੇ ਹਿਸਾਬ ਨਾਲ ਕਲੀਅਰ ਹੋ ਗਿਆ। ਇੱਕ ਇਹ ਬਹੁਪਦ ਸੀਗਾ ਸਾਡਾ ਇੱਕ, ਬਾਕੀ ਸਾਰਿਆਂ 'ਚ ਕੋਈ ਨਾ ਕੋਈ ਲੈਗ ਆ ਗਿਆ ਸੀ, ਕੋਈ ਨਾ ਕੋਈ ਖਾਮੀ ਆ ਗਈ ਸੀ। -1 ਆ ਗਿਆ, ਜਿਵੇਂ ਇੱਥੇ ਵੀ -1, ਇੱਥੇ ਬਟੇ ਵਾਲੀ ਰਕਮ ਆ ਗਈ ਆ ਇੱਥੇ। ਸੋ ਇਦਾਂ ਨਹੀਂ ਕਦੀ ਵੀ ਹੋਣਾ ਚਾਹੀਦਾ। ਜਾਂ ਅਸੀਂ ਆਈਡੀਆ ਲਾ ਸਕਦੇ ਜਿਹਦੇ ਵਿੱਚ ਇੰਗਲਿਸ਼ ਵਾਲੇ ਅੱਖਰ ਨੀਚੇ ਆ ਜਾਣ, ਬਟੇ ਦੇ ਵਿੱਚ ਆ ਜਾਣ, ਉਹਨਾਂ ਨੂੰ ਅਸੀਂ ਬਹੁਪਦ ਨਹੀਂ ਕਹਿੰਦੇ। ਸੋ ਉਸ ਤੋਂ ਬਾਅਦ ਜੋ ਸਾਡਾ ਮੇਨ ਸਿਲੇਬਸ ਦੇ ਵਿੱਚ ਬਹੁਪਦ ਵਾ, ਉਹ ਕਿਹੜਾ ਵਾ? ਇੱਕ ਚੱਲ ਵਾਲੇ ਬਹੁਪਦ। ਹੁਣ ਇੱਕ ਚੱਲ ਵਾਲੇ ਬਹੁਪਦ ਦਾ ਮਤਲਬ ਆ ਕਿ ਸਾਡੇ ਕੋਲ ਸਿਰਫ ਤੇ ਸਿਰਫ ਇੱਕੋ ਇੰਗਲਿਸ਼ ਵਾਲਾ ਅੱਖਰ ਹੋਏਗਾ। ਠੀਕ ਹੈ, ਸੋ ਇੱਕੋ ਇੰਗਲਿਸ਼ ਵਾਲਾ ਅੱਖਰ, ਮਤਲਬ ਜਿੱਦਾਂ ਇਹਦੇ ਵਿੱਚ ਆ ਇੱਕੋ ਇੰਗਲਿਸ਼ ਵਾਲਾ ਅੱਖਰ x ਹੀ ਆ, ਸੋ ਇਹ ਸਾਡਾ ਇੱਕ ਚੱਲ ਵਾਲਾ ਬਹੁਪਦ ਹੈ। ਇਹ ਕੀ ਆ? ਇੱਕ ਚੱਲ ਵਾਲਾ ਬਹੁਪਦ। ਸੋ ਇਹਦੇ ਵਿੱਚ ਕੱਲਾ ਇੰਗਲਿਸ਼ ਵਾਲਾ ਅੱਖਰ y ਆ, ਸੋ ਇਹ ਵੀ ਇੱਕ ਚੱਲ ਵਾਲਾ ਬਹੁਪਦ ਹੈ। ਸੋ ਇਹਦੇ ਵਿੱਚ y ਵੀ ਆ ਤੇ z, ਦੋ ਇੰਗਲਿਸ਼ ਵਾਲੇ ਅੱਖਰ ਆ ਗਏ, ਸੋ ਇਹ ਇੱਕ ਚੱਲ ਵਾਲਾ ਬਹੁਪਦ ਨਹੀਂ ਹੈ। ਸੋ ਜੇ ਇਹਨੂੰ ਲਿਖਣਾ ਹੋਵੇ ਅਸੀਂ ਕਵਾਂਗੇ, ਕਿਉਂਕਿ ਇਹਦੀ ਜਿਹੜੀ ਘਾਤ ਵਾ ਇਹ 2 ਹੀ ਆ, 2 ਮਤਲਬ ਗੈਰ ਰਿਣਾਤਮਕ ਸੰਖਿਆਵਾਂ, ਮਤਲਬ 0 1 2 3 4 ਇਹਨਾਂ ਵਿੱਚੋਂ ਹੀ ਆ। ਸੋ ਹੈਗਾ ਇਹ ਬਹੁਪਦ ਹੀ ਆ, ਪਰ ਇਹ ਜਿਹੜਾ ਵਾ 2 ਚੱਲ ਵਾਲਾ ਬਹੁਪਦ ਵਾ, 2 ਚੱਲ ਵਾਲਾ ਬਹੁਪਦ ਹੈ। ਠੀਕ ਹੈ, ਸੋ ਸਾਡਾ ਮੇਨਲੀ ਇਦਾਂ ਦੇ ਸਾਨੂੰ ਆਉਣੇ ਆ। ਸੋ ਜੇ ਸਾਡੇ ਕੋਲ ਇੱਕ ਚੱਲ ਵਾਲਾ ਬਹੁਪਦ ਹੈ, ਠੀਕ ਹੈ, ਤਾਂ ਅਸੀਂ ਇਹਨਾਂ ਨੂੰ ਮੇਨਲੀ px ਨਾਲ ਲਿਖਦੇ ਆ। ਕਿਹਨਾਂ ਲਿਖਦੇ ਆ? px ਨਾਲ, ਜਾਂ gx ਨਾਲ ਲਿਖਦੇ ਆ, ਜਾਂ qx ਨਾਲ ਲਿਖਦੇ ਆ, ਠੀਕ ਹੈ, ਜਾਂ rx ਨਾਲ ਲਿਖਦੇ ਆ। ਮਤਲਬ ਬ੍ਰੈਕਟ ਦੇ ਵਿੱਚ x ਪਾ ਦਿੰਨੇ ਆ, ਜਿਹੜਾ ਵੀ ਚੱਲ ਹੋਊਗਾ। ਜਿੱਦਾਂ ਹੁਣ ਇੱਥੇ ਸਾਡੇ ਕੋਲ ਕੀ ਆ? y ਆ, ਸੋ ਮੈਂ ਇਹਨੂੰ ਕੀ ਪਾ ਦੂੰਗਾ? py ਪਾ ਦੂੰਗਾ। ਠੀਕ ਹੈ, ਇਹ ਨਾਮਕਰਨ ਕਰਦੇ ਆ ਅਸੀਂ ਮੈਥ ਦੇ ਵਿੱਚ, ਕਿ ਅਸੀਂ ਕਿਸ ਤਰੀਕੇ ਦੇ ਨਾਲ ਕਿਸੇ ਵੀ ਬਹੁਪਦ ਦਾ ਨਾਮ ਪਾਉਂਦੇ ਆ py। ਜਿਵੇਂ ਅਸੀਂ ਕਿਸੇ ਵੀ ਸਵਾਲ ਕਰਦੇ ਆ ਕਿ ਪਿਤਾ ਦੀ ਉਮਰ ਅਸੀਂ x ਮੰਨ ਲਈ, ਠੀਕ ਹੈ, ਸੋ ਕਈ ਵਾਰੀ y ਵੀ ਮੰਨ ਸਕਦੇ ਆ, z ਵੀ ਮੰਨ ਸਕਦੇ ਆ, ਉਹ ਸਾਡੀ ਮਰਜ਼ੀ ਆ ਵੀ ਅਸੀਂ ਕਿਹੜਾ ਚੱਲ ਮੰਨਣਾ ਵਾ। ਠੀਕ ਹੈ, ਸੋ ਮੇਰੇ ਹਿਸਾਬ ਨਾਲ ਇੱਥੇ ਤੱਕ ਕਲੀਅਰ ਆ ਕਿ ਅਸੀਂ ਇੱਕ ਚੱਲ ਵਾਲੇ ਬਹੁਪਦ ਤੇ ਸਾਡੀ ਜਿਹੜੀ ਆ ਉਹ ਸਟੱਡੀ ਹੈ। ਠੀਕ ਹੈ, ਨੈਕਸਟ ਸਾਡੇ ਕੋਲ ਆਉਂਦਾ ਵਾ ਬਹੁਪਦ ਦੀ ਘਾਤ। ਹੁਣ ਬਹੁਪਦ ਦੀ ਘਾਤ ਕੀ ਹੁੰਦੀ ਆ? ਇੱਕ ਚੱਲ ਵਾਲੇ ਬਹੁਪਦ, ਇੱਥੇ ਅਸੀਂ ਇੱਕ ਚੱਲ ਵਾਲੇ ਬਹੁਪਦ ਹੀ ਲਿਖ ਸਕਦੇ ਹਾਂ ਕਿ ਇੱਕ ਚੱਲ ਵਾਲੇ ਬਹੁਪਦ ਦੀ ਘਾਤ। ਠੀਕ ਹੈ, ਇੱਕ ਚੱਲ ਵਾਲੇ ਬਹੁਪਦ ਦੀ ਘਾਤ ਵਿੱਚ ਚੱਲ ਦੀ ਸਭ ਤੋਂ ਵੱਡੀ ਘਾਤ ਬਹੁਪਦ ਦੀ ਘਾਤ ਹੁੰਦੀ ਹੈ, ਤੇ ਬਹੁਪਦ ਦੀ ਘਾਤ ਨੂੰ ਅਸੀਂ ਡਿਗਰੀ ਆਫ ਦਾ ਪੋਲੀਨੋਮੀਅਲ ਕਹਿੰਦੇ ਆ। ਮਤਲਬ ਬਹੁਪਦ ਨੂੰ ਅਸੀਂ ਇੰਗਲਿਸ਼ ਦੇ ਵਿੱਚ ਪੋਲੀਨੋਮੀਅਲ ਵੀ ਕਹਿੰਦੇ ਆ। ਠੀਕ ਹੈ, ਇਹ ਵੀ ਧਿਆਨ ਰੱਖਣਾ। ਸੋ ਜਿਵੇਂ ਮੈਂ ਉਦਾਹਰਨਾਂ ਦਿੱਤੀਆਂ ਵਾ, ਸਿੰਪਲ ਵਾ ਕਿ ਇੱਕ ਚੱਲ ਵਾਲੇ ਬਹੁਪਦ ਵਿੱਚ ਚੱਲ ਦੀ ਸਭ ਤੋਂ ਵੱਡੀ ਘਾਤ। ਹੁਣ ਦੇਖੋ ਇਹਦੇ ਵਿੱਚ ਇੱਕੋ ਹੀ ਚੱਲ ਵਾ, ਮਤਲਬ x ਵਾ। ਠੀਕ ਆ, ਹੁਣ ਇਹਦੇ ਵਿੱਚ x ਦੀ ਘਾਤ ਕਿੰਨੀ ਆ? 1। ਇਹਦੇ ਵਿੱਚ x ਦੀ ਘਾਤ ਕਿੰਨੀ? 2। ਸਭ ਤੋਂ ਵੱਡੀ ਕਿੰਨੀ ਹੋ ਗਈ? 2 ਹੋ ਗਈ। ਇਹਦਾ ਮਤਲਬ ਇਹਦੀ ਘਾਤ ਕਿੰਨੀ ਹੋ ਗਈ? 2 ਹੋ ਗਈ। ਸੋ ਨੀਚੇ ਮੈਂ ਉਦਾਹਰਨਾਂ ਲਿਖੀਆਂ, ਤੁਸੀਂ ਲਿਖ ਸਕਦੇ ਇਜ਼ੀਲੀ। ਇੱਥੇ x ਵਾ, ਇੱਕੋ ਹੀ ਇੱਕ ਚੱਲ ਵਾਲਾ ਹੀ ਹੈ। x ਦੀ ਘਾਤ ਕਿੰਨੀ ਆ? 3। ਇੱਥੇ x ਦੀ ਘਾਤ ਕਿੰਨੀ ਆ? 4। ਜਿਹੜੀ ਸਭ ਤੋਂ ਜ਼ਿਆਦਾ ਹੋਊਗੀ ਉਹ ਉਹਦੀ ਘਾਤ ਹੋਏਗੀ। ਸੋ ਮੇਰੇ ਹਿਸਾਬ ਨਾਲ ਕਲੀਅਰ ਆ। ਇੱਥੇ x ਇੱਕੋ ਵਾਰੀ ਆ, 9 ਵਾਰੀ ਆ, ਸੋ ਇਹਦੀ ਘਾਤ 9 ਹੋ ਜਾਏਗੀ। ਇੱਥੇ x 3 ਵਾਰੀ ਆ, ਇੱਥੇ 7 ਵਾ, ਇੱਥੇ 1 ਵਾ, ਇੱਥੇ 8 ਆ। ਸਭ ਤੋਂ ਵੱਧ ਵਾਰੀ ਕਿੰਨੀ ਆ? 8 ਵਾਰੀ ਆ। ਸੋ ਇਹ x ਇੱਕ ਵਾਰੀ ਆ, ਇਹਦੀ ਘਾਤ ਕਿੰਨੀ? 1 ਆ, ਸੋ ਇਹ ਇੱਕ ਘਾਤ ਹੋ ਗਿਆ। ਸੋ ਇਸ ਤਰੀਕੇ ਨਾਲ ਤੁਸੀਂ ਕਿਸੇ ਵੀ ਬਹੁਪਦ ਦੀ ਘਾਤ ਪਤਾ ਕਰ ਸਕਦੇ ਆ। ਉਦੋਂ ਅੱਗੇ ਦੇਖਣਾ ਸੀ ਬਹੁਪਦਾਂ ਦੇ ਪ੍ਰਕਾਰ ਹੁੰਦੇ ਆ। ਬਹੁਪਦ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਆ, ਜਿਵੇਂ ਅਸੀਂ ਮੇਨਲੀ ਅਸੀਂ 3 ਤਰ੍ਹਾਂ ਦੇ ਕਰਾਂਗੇ, ਅੱਗੇ ਸਾਡੇ ਕੋਲ ਚੱਲਦੇ ਜਾਣੇ ਆ, ਉਹ ਵੀ ਮੈਂ ਦੱਸ ਦੂੰਗਾ। ਸਭ ਤੋਂ ਪਹਿਲਾਂ ਹੈ ਰੇਖੀ ਬਹੁਪਦ। ਰੇਖੀ ਬਹੁਪਦ, ਠੀਕ ਹੈ। ਹੁਣ ਰੇਖੀ ਬਹੁਪਦ ਨੂੰ ਅਸੀਂ ਇੰਗਲਿਸ਼ ਦੇ ਵਿੱਚ ਕਹਿੰਦੇ ਆ ਲੀਨੀਅਰ ਪੋਲੀਨੋਮੀਅਲ। ਜਿਸ ਬਹੁਪਦ ਦੀ ਇੱਕ ਘਾਤ, ਮਤਲਬ ਇੱਕ ਘਾਤ ਵਾਲੇ ਬਹੁਪਦ ਨੂੰ ਅਸੀਂ ਰੇਖੀ ਬਹੁ, ਜਿਵੇਂ ਸਾਡੇ ਕੋਲ ਇੱਥੇ ਇੱਕ ਘਾਤ ਆਈ ਸੀ ਨਾ, ਇਹਨੂੰ ਰੇਖੀ ਬਹੁਪਦ ਕਹਿੰਦੇ ਆ। ਠੀਕ ਹੈ, ਸੋ ਜਿੱਦਾਂ ਮੈਂ ਨੀਚੇ ਲਿਖੇ ਵੀ ਹੋਇਆ ਕਿ ਆਹ ਇੱਕ ਬਹੁਪਦ
ਲਿਖਿਆ ਮੈਂ, ਇਹਦੇ ਵਿੱਚ ਘਾਤ ਕਿੰਨੀ ਆ x ਦੀ, ਇੱਕ ਚੱਲ ਵਾ, ਉਹਦੀ ਘਾਤ ਕਿੰਨੀ 1 ਵਾ, ਸੋ ਇਸ ਕਰਕੇ ਇਹ ਰੇਖੀ ਬਹੁਪਦ ਆ। ਇੱਥੇ ਇਹ y ਦੇ ਵਿੱਚ ਵਾ ਚੱਲ, ਇਹਦੀ ਵੀ ਘਾਤ 1 ਹੀ ਆ, ਇਹ ਵੀ y ਦੇ ਵਿੱਚ ਆ, ਸੋ ਇਹਦੀ ਵੀ ਘਾਤ 1 ਆ। ਸੋ ਇਹ ਤਿੰਨੇ ਜਿਹੜੇ ਆ ਇਦਾਂ ਹੀ ਤੁਸੀਂ ਕਰੋੜਾਂ ਹੀ ਲਿਖ ਸਕਦੇ। ਸੋ ਇੱਕ ਇਹਦਾ ਗਣਿਤਿਕ ਰੂਪ ਹੁੰਦਾ ਵਾ ਵੀ ਗਣਿਤ ਦੇ ਵਿੱਚ ਅਸੀਂ ਇਹਨੂੰ ਕਿੱਦਾਂ ਲਿਖਦੇ ਆ। ਦੇਖੋ ਇਹਦੇ ਵਿੱਚ ax plus b ਲਿਖਦੇ ਆ ਅਸੀਂ, ਇਹਦੇ ਵਿੱਚ x ਦੀ ਘਾਤ 1 ਹੀ ਰਹਿੰਦੀ ਆ ਤੇ a ਤੇ ਦੇਖੋ ਆ ਮੈਂ ਸਾਰੇ ਲਿਖੇ ਆ। ਇੱਥੇ a ਕਿੰਨਾ ਹੋ ਗਿਆ, ਵਰਗਮੂਲ 2, ਤੇ b ਕਿੰਨਾ ਹੋ ਗਿਆ, 4 ਹੋ ਗਿਆ। ਠੀਕ ਹੈ, ਹੁਣ ਜੇ ਆਪਾਂ ਇਹਦੇ ਵਿੱਚ ਦੇਖੀਏ ਤੇ ਇਹਦੇ ਹਿਸਾਬ ਨਾਲ ਇਹਨੂੰ ਤੁਲਨਾ ਕਰਦੇ ਆ ਤਾਂ ਸਾਡੇ ਕੋਲ a ਕਿੰਨਾ ਹੋ ਜਾਂਦਾ 6/3, ਠੀਕ ਹੈ, ਤੇ b ਕਿੰਨਾ ਹੋ ਜਾਂਦਾ 9। ਜੇ ਇਹਦੇ ਨਾਲ ਘਾਤ ਕਰਦੇ ਆ ਤਾਂ a ਸਾਡੇ ਕੋਲ ਕਿੰਨਾ ਹੋ ਜਾਂਦਾ 7, b ਇੱਥੇ ਹੈ ਨਹੀਂਗਾ, ਸੋ b 0 ਹੋ ਜਾਏਗਾ। ਸੋ ਇੱਥੇ a ਤੇ b ਜਿਹੜੇ ਆ ਵਾਸਤਵਿਕ ਸੰਪੂਰਨ ਸੰਖਿਆਵਾਂ ਹੁੰਦੀਆਂ। ਜਿੱਦਾਂ ਦੇਖੋ ਇੱਥੇ ਤੁਸੀਂ ਜੋ ਵੀ ਮਨ ਚਾਹੋਗੇ ਤੁਸੀਂ ਲਿਖ ਸਕਦੇ ਆ, ਕੋਈ ਵੀ ਲਿਖ ਦਿਓ ਤੁਸੀਂ, √2x + 7/4। ਸੋ ਇੱਥੇ ਵਾਸਤਵਿਕ ਸੰਪੂਰਨ ਸੰਖਿਆਵਾਂ ਹੋਣਗੀਆਂ। ਠੀਕ ਹੈ, ਵਾਸਤਵਿਕ ਸੰਖਿਆਵਾਂ ਹੀ ਹੋਣਗੀਆਂ, ਇੱਥੇ ਸੰਪੂਰਨ ਨਹੀਂ ਹੋਣਗੀਆਂ। ਵਾਸਤਵਿਕ ਕੁਝ ਵੀ ਤੁਸੀਂ ਮਨ ਚ ਸੋਚ ਕੇ ਇੱਥੇ ਲਿਖ ਸਕਦੇ। ਠੀਕ ਹੈ, ਸੋ ਇਹ ਇਹਦਾ ਜਿਹੜਾ ਵਾ ਗਣਿਤਿਕ ਰੂਪ ਹੁੰਦਾ, ਅਸੀਂ ਇਹਨੂੰ ਇਦਾਂ ਲਿਖਦੇ ਹਾਂ ਜਨਰਲ ਤੌਰ ਤੇ। ਠੀਕ ਹੈ, ਇਹਦੇ ਵਿੱਚ ਇੱਕ ਚੀਜ਼ ਲਿਖੀ ਆ ਕਿ a 0 ਨਹੀਂ ਹੋਣਾ ਚਾਹੀਦਾ। ਦੇਖੋ ਜੇ a 0 ਹੋ ਗਿਆ, ਜੇ ਮੰਨ ਲਓ ਮੈਂ a 0 ਲਿਖ ਦਿੰਦਾ, ਮੰਨ ਲਓ 0x = 4, ਹੁਣ 0 ਨੂੰ x ਨਾਲ ਗੁਣਾ ਕਰਾਂਗੇ ਤਾਂ 0 ਹੀ ਬਣ ਜਾਏਗਾ। ਸੋ ਇਹ ਤਾਂ ਇਕੱਲਾ 4 ਰਹਿ ਜਾਣਾ, ਇਹ ਕੋਈ ਵੀ ਬਹੁਪਦ ਨਹੀਂ ਬਣਨਾ, ਕਿਉਂਕਿ ਇਹ ਇੱਕ ਅਚਲ ਬਣ ਜਾਣਾ, ਕਨਸਟੈਂਟ ਬਣ ਜਾਣਾ। ਸੋ ਇਸ ਕਰਕੇ a ਕਦੀ ਵੀ ਅਸੀਂ 0 ਨਹੀਂ ਲੈ ਸਕਦੇ, ਬਾਕੀ ਜੋ ਮਰਜ਼ੀ ਲੈ ਲਈਏ। ਇੱਥੇ a 0 ਨਹੀਂ ਲਿਆ, ਇੱਥੇ a 0 ਨਹੀਂ ਲਿਆ, a 0 ਨਹੀਂ ਲੈਣਾ ਅਸੀਂ। ਠੀਕ ਹੈ, ਕਲੀਅਰ। ਸੋ ਅੱਗੇ ਸਾਡੇ ਕੋਲ ਆਉਂਦਾ ਵਾ ਦੋ ਘਾਤੀ ਜਿਹੜਾ ਬਹੁਪਦ, ਉਹਨੂੰ ਅਸੀਂ ਇੰਗਲਿਸ਼ ਦੇ ਵਿੱਚ ਕੁਆਡਰੇਟਿਕ ਪੋਲੀਨੋਮੀਅਲ ਕਹਿੰਦੇ ਆ। ਸਭ ਤੋਂ ਫੇਮਸ ਸਾਡੀ ਅਸੀਂ ਇੱਥੇ ਸਟੱਡੀ ਕਰਨੀ ਹੈ ਇਸ 10th ਕਲਾਸ ਦੇ ਵਿੱਚ ਅਸੀਂ। ਠੀਕ ਹੈ, ਸੋ ਦੋ ਘਾਤ ਵਾਲੇ ਬਹੁਪਦ ਨੂੰ ਦੋ ਘਾਤੀ ਬਹੁਪਦ, ਸਿੰਪਲ ਉਦਾਹਰਣ, ਬਹੁਤ ਮਤਲਬ ਸਾਡੀ ਜਿਹੜੀ ਡੈਫੀਨੇਸ਼ਨ ਪਰਿਭਾਸ਼ਾ ਬਹੁਤ ਹੀ ਜ਼ਿਆਦਾ ਸਿੰਪਲ ਆ। ਹੁਣ ਦੇਖੋ ਇਹਦੇ ਵਿੱਚ ਇੱਕ ਚੱਲ ਆਉਂਦਾ ਵਾ x, ਇਹਦੇ ਵਿੱਚ ਇਹਦੀ ਘਾਤ ਕਿੰਨੀ ਆ 1, ਇਹਦੇ ਵਿੱਚ ਕਿੰਨੀ ਆ 2। ਸੋ ਇਹਦਾ ਮਤਲਬ ਇਹ ਦੋ ਘਾਤੀ ਬਹੁਪਦ ਆ, ਕਿਉਂਕਿ ਸਭ ਤੋਂ ਵੱਡੀ ਘਾਤ ਕਿੰਨੀ ਆ 2 ਆ। ਹੁਣ ਇਹਦੇ ਵਿੱਚ ਸਭ ਤੋਂ ਵੱਡੀ ਘਾਤ ਕਿੰਨੀ ਆ, x ਦੀ ਘਾਤ 1 ਵਾ, ਇੱਥੇ x ਦੀ ਘਾਤ 2, ਸਭ ਤੋਂ ਵੱਡੀ ਘਾਤ x ਦੀ 2 ਆ। ਸੋ ਇਹ ਵੀ ਦੋ ਘਾਤੀ ਬਹੁਪਦ ਹੈ। ਜੇ ਮੈਂ ਇੱਥੇ ਲਿਖ ਦਵਾਂ 3x 4 = 3x² + 5x + 4, ਸੋ ਇਹ ਦੋ ਘਾਤੀ ਬਹੁਪਦ ਨਹੀਂ ਹੈ। ਠੀਕ ਹੈ, ਕਿਉਂਕਿ ਇਹਦੇ ਵਿੱਚ ਸਭ ਤੋਂ ਵੱਡੀ ਘਾਤ ਜਿਹੜੀ ਉਹ 4 ਆਉਂਦੀ ਆ, ਇਹ 4 ਘਾਤੀ ਬਹੁਪਦ ਵਾ। ਠੀਕ ਹੈ, ਗਣਿਤਿਕ ਰੂਪ ਅਸੀਂ ਕਿੱਦਾਂ ਲਿਖਦੇ ਹਾਂ, ਸੇਮ ਉਸੇ ਤਰੀਕੇ ਨਾਲ ਹੀ ਕਿ a ਸਾਡਾ 3 ਹੋ ਗਿਆ, b ਸਾਡਾ ਵਰਗਮੂਲ 3 ਹੋ ਗਿਆ, c ਸਾਡਾ 4 ਹੋ ਗਿਆ, a ਸਾਡਾ 5 ਹੋ ਗਿਆ, b ਸਾਡਾ -8 ਹੋ ਗਿਆ, c ਸਾਡਾ 9/4 ਹੋ ਗਿਆ। ਤੇ ਸੇਮ ਉਸੇ ਤਰੀਕੇ ਨਾਲ ਅਸੀਂ ਲਿਖਿਆ ਕਿ ਜਿੱਥੇ a b c ਜਿਹੜੀਆਂ ਵਾ ਉਹ ਵਾਸਤਵਿਕ ਸੰਖਿਆਵਾਂ ਹੁੰਦੀਆਂ ਵਾ, ਤੇ a ਜਿਹੜਾ 0 ਨਹੀਂ ਅਸੀਂ ਲੈਣਾ। ਸੋ ਇਹ ਤੁਹਾਨੂੰ ਯਾਦ ਰੱਖਣਾ ਪੈਣਾ ਇਹ ਕਲੀਅਰਲੀ। ਠੀਕ ਹੈ, ਦੋ ਘਾਤੀ ਬਹੁਪਦ। ਅੱਗੇ ਸਾਡੇ ਕੋਲ ਆਉਂਦਾ ਵਾ ਤਿੰਨ ਘਾਤੀ ਬਹੁਪਦ। ਹੁਣ ਤਿੰਨ ਘਾਤੀ ਬਹੁਪਦ, ਤਿੰਨ ਘਾਤ ਵਾਲੇ ਬਹੁਪਦ ਨੂੰ ਤਿੰਨ ਘਾਤੀ ਬਹੁਪਦ ਕਿਹਾ ਜਾਂਦਾ ਹੈ। ਇਹਨੂੰ ਇੰਗਲਿਸ਼ ਦੇ ਵਿੱਚ ਅਸੀਂ ਕੀ ਕਹਿੰਦੇ ਆ, ਕਿਊਬਿਕ ਪੋਲੀਨੋਮੀਅਲ। ਸੋ ਉਦਾਹਰਨ ਦੇ ਵਿੱਚ ਮੈਂ ਇੱਕੋ ਹੀ ਲਈ ਆ ਕਿ 3x³ 4x², ਸਭ ਤੋਂ ਵੱਡੀ ਘਾਤ x 3 ਵਾਰੀ ਆਇਆ, ਇੱਥੇ ਘਾਤ 1 ਵਾ, ਇੱਥੇ 2 ਆ, ਇੱਥੇ 3 ਵਾ। ਜਿਹੜੀ ਸਭ ਤੋਂ ਵੱਡੀ ਘਾਤ ਹੋਏਗੀ ਉਹੀ ਉਹਦੀ ਘਾਤ ਹੁੰਦੀ ਆ ਬਹੁਪਦ ਦੀ। ਸੋ ਇਸ ਕਰਕੇ ਉਹਨੂੰ ਅਸੀਂ ਜਿਹਦੀ ਘਾਤ 3 ਹੋਵੇ ਅਸੀਂ ਉਹਨੂੰ ਤਿੰਨ ਘਾਤੀ ਬਹੁਪਦ ਕਹਿ ਦਿੰਦੇ ਆ, ਸਿੰਪਲ। ਸੋ ਜੇ ਤਾਂ ਮੈਂ ਗਣਿਤਿਕ ਰੂਪ ਲਿਖਦਾ ਵਾਂ ਤਾਂ ax³ ਸਭ ਤੋਂ ਪਹਿਲਾਂ 3 ਤੋਂ ਸ਼ੁਰੂ ਕਰ ਲੈਣਾ। ਜੇ ਘਾਤ 3 ਦਾ ਵਾ ਤਾਂ ਪਹਿਲਾਂ 3 ਲਿਖਦਾ, ਫਿਰ 2 ਲਿਖਦਾ, ਫਿਰ 1 ਲਿਖਦਾ, ਫਿਰ a b c d ਮੋਹਰੇ ਪਾ ਦੇਣਾ। ਤੇ ਜਿੱਥੇ ਮੈਂ ਲਿਖ ਦਿੰਦਾ ਕਿ a b c d ਜਿਹੜੀਆਂ ਉਹ ਵਾਸਤਵਿਕ ਸੰਖਿਆਵਾਂ ਹੁੰਦੀਆਂ, ਕੁਝ ਵੀ ਅਸੀਂ ਜਿਹੜਾ ਲਿਖ ਸਕਦੇ। ਉਦੋਂ ਨੈਕਸਟ ਜਦੋਂ ਤੁਸੀਂ ਦੇਖੋਗੇ, ਤੁਸੀਂ ਦੇਖੋ ਬਹੁਪਦ ਦੇ ਬਾਰੇ ਮੈਂ ਹੁਣ ਮੇਨ ਇਨਫੋਰਮੇਸ਼ਨ ਤੁਹਾਨੂੰ ਦੇਣ ਲੱਗਾ ਕਿ ਸਾਨੂੰ ਜੋ ਸਾਡੇ ਹਮੇਸ਼ਾ ਹੀ ਮਤਲਬ ਵੈਸੇ ਤਾਂ ਹਰੇਕ ਚੀਜ਼ ਸਾਡੇ ਵਿਅੰਜਕ, ਚੱਲ, ਅਚਲ ਸਾਡੇ ਜ਼ਿਹਨ ਦੇ ਵਿੱਚ, ਸਾਡੇ ਦਿਮਾਗ ਦੇ ਵਿੱਚ ਹੋਣੇ ਚਾਹੀਦੇ ਆ। ਸੋ ਹੁਣ ਬਹੁਪਦ ਦੀਆਂ ਤਿੰਨ ਚੀਜ਼ਾਂ ਸਾਨੂੰ ਜੋ ਕੁਐਸਚਨਸ ਵਿੱਚ ਪੁੱਛੇ ਜਾਣੇ ਆ, ਉਹਦੇ ਵਿੱਚ ਬਹੁਪਦ ਦੀ ਇੱਕ ਤਾਂ ਘਾਤ ਹੋ ਸਕਦੀ ਹੈ। ਘਾਤ ਸਾਨੂੰ ਕੀ ਦੱਸਦੀ ਆ ਕਿ ਪੋਲੀਨੋਮੀਅਲ ਰੇਖੀ ਹੋ ਸਕਦੀ ਆ, ਉਹ ਦੋ ਘਾਤੀ ਹੋ ਸਕਦੀ ਹੈ, ਤਿੰਨ ਘਾਤੀ ਹੋ ਸਕਦੀ ਹੈ। ਇਦਾਂ ਅੱਗੇ ਦੀ ਅੱਗੇ ਫਿਰ ਕੋਈ ਸਪੈਸ਼ਲ ਨਾਮ ਨਹੀਂ ਹੈਗੇ, 4 ਘਾਤੀ, 5 ਘਾਤੀ, 6 ਘਾਤੀ, 7 ਘਾਤੀ, ਉਹ ਇਦਾਂ ਚੱਲਦੇ ਰਹਿਣਗੇ। ਇੰਗਲਿਸ਼ ਦੇ ਵਿੱਚ ਘਾਤ ਨੂੰ ਅਸੀਂ ਡਿਗਰੀ ਕਹਿੰਦੇ। ਬਹੁਪਦ ਦੀਆਂ ਤਿੰਨ ਚੀਜ਼ਾਂ ਹੁੰਦੀਆਂ, ਇੱਕ ਤਾਂ ਘਾਤ ਹੁੰਦੀ ਆ, ਇੱਕ ਉਹਦੇ ਸਿਫਰ ਹੁੰਦੇ ਆ, ਤੇ ਇੱਕ ਉਹਦਾ ਅਲੇਖ ਹੁੰਦਾ। ਹੁਣ ਧਿਆਨ ਨਾਲ ਸਮਝਣਾ, ਜਿੰਨੀ ਉਹਦੀ ਘਾਤ ਹੋਊਗੀ ਉਨੇ ਹੀ ਉਹਦੇ ਸਿਫਰ ਹੋਣਗੇ। ਠੀਕ ਹੈ, ਜਿੰਨੀ ਘਾਤ ਹੋਊਗੀ ਉਨੇ ਹੀ ਸਿਫਰ ਹੋਣਗੇ। ਤੇ ਅੱਗੇ ਮੈਂ ਇਹਨਾਂ ਤਿੰਨਾਂ ਦਾ ਤੁਹਾਨੂੰ ਸੰਬੰਧ ਵੀ ਦੱਸੂਗਾ ਕਿ ਕੀ ਚੀਜ਼ ਹੈ। ਜਿੰਨੇ ਘਾਤ ਹੋਣਗੇ ਉਨੇ ਹੀ ਸਿਫਰ ਹੋਣਗੇ, ਉਨੀ ਵਾਰੀ ਜਿਹੜਾ ਅਲੇਖ ਵਾ ਉਹ x ਧੁਰੇ ਨੂੰ ਕੱਟਦਾ ਹੋਊਗਾ। ਸੋ ਮੈਂ ਅੱਗੇ ਲਿਖਿਆ ਹੋਇਆ ਵਾ, ਤੁਹਾਨੂੰ ਸਮਝਾਉਂਗਾ। ਸੋ ਹੁਣ ਬਹੁਪਦ ਦਾ ਸਿਫਰ ਕੀ ਹੁੰਦਾ ਵਾ, ਦੇਖੋ ਆ ਇੱਕ ਬਹੁਪਦ ਵਾ। ਠੀਕ ਹੈ,
ਇਹਨੂੰ ਵਿਅੰਜਕ ਵੀ ਕਹਿ ਸਕਦੇ ਹਾਂ, ਇਹਨੂੰ ਬਹੁਪਦ ਵੀ ਕਹਿ ਸਕਦੇ ਹਾਂ ਅਸੀਂ, ਪਰ ਮੇਨਲੀ ਅਸੀਂ ਇਹਨੂੰ ਬਹੁਪਦ ਮੰਨ ਕੇ ਚੱਲਾਂਗੇ। ਹੁਣ x ਜਿਹੜਾ ਚੱਲ ਵਾ ਨਾ, ਇਹਦੀ ਜਗ੍ਹਾ ਤੇ ਤੁਸੀਂ ਕੋਈ ਵੀ ਰਕਮ ਭਰ ਸਕਦੇ। ਮੰਨ ਲਓ ਮੈਂ 5 ਭਰਤੀ, 5 ਜਮਾ 2 7 ਬਣ ਜਾਣਾ। ਜੇ ਮੈਂ 6 ਭਰਤਾ, 6 ਦਵਾਂ 2 8 ਬਣ ਜਾਂਦਾ। ਠੀਕ ਆ, ਪਰ ਮੈਂ x ਦੀ ਜਗ੍ਹਾ ਤੇ ਉਹ ਅੱਖਰ ਰੱਖਾਂ ਕਿ ਇਹਦਾ ਜਿਹੜਾ ਉੱਤਰ ਵਾ ਉਹ 0 ਬਣ ਜਾਵੇ, ਤਾਂ ਉਹ ਅੱਖਰ ਜਿਹੜਾ ਵਾ ਇਸ ਬਹੁਪਦ ਦਾ ਸਿਫਰ ਬਣ ਜਾਏਗਾ। ਜਿੱਦਾਂ ਮੈਂ ਲਿਖਿਆ ਕਿ ਉਹ ਸੰਖਿਆ ਬਹੁਪਦ ਦੀ ਸਿਫਰ ਹੁੰਦੀ ਹੈ ਜੋ ਇਸ ਵਿੱਚ ਚੱਲ ਦੀ ਜਗ੍ਹਾ, ਮਤਲਬ x ਦੀ ਜਗ੍ਹਾ ਭਰਨ ਤੇ ਉੱਤਰ 0 ਦੇਵੇ। ਦੇਖੋ ਪਹਿਲਾਂ ਮੈਂ ਆਪਣੇ ਮਨ ਦੇ ਵਿੱਚ ਸੋਚਿਆ ਕਿ x ਨੂੰ 1 ਭਰ ਦੇਵਾਂ। ਜਦੋਂ ਮੈਂ 1 ਭਰਿਆ, 1 ਜਮਾ 2 3 ਹੋ ਗਿਆ, ਜਿਹੜਾ 0 ਦੇ ਬਰਾਬਰ ਨਹੀਂ ਆਇਆ। ਸੋ ਮੈਂ ਕਹਿਤਾ ਕਿ x = 1 ਇਹਦਾ ਸਿਫਰ ਨਹੀਂ ਹੈਗਾ। ਫਿਰ ਮੈਂ ਦਿਮਾਗ ਦੇ ਨਾਲ ਮੈਂ ਹੋਰ ਵੀ ਐਗਜ਼ਾਮਪਲਾਂ ਲੈ ਸਕਦਾ ਸੀ, ਬਟ ਮੈਂ ਕੀ ਲਿਆ, -2 ਲਿਆ। ਮੈਂ ਇੱਥੇ -2 ਭਰਿਆ। ਤੁਹਾਨੂੰ ਪਤਾ ਕਿ -2 ਜਮਾ 2 ਆਪਸ 'ਚ ਕੱਟ ਕੇ ਆਂਸਰ ਕਿੰਨਾ ਆ ਜਾਏਗਾ, 0। ਸੋ ਮੈਂ ਕਹਿ ਦੂੰਗਾ ਕਿ ਹੁਣ ਦੇਖੋ ਜਦੋਂ ਹੀ ਸਿਫਰ ਆ ਗਿਆ, ਇਹਦਾ ਮਤਲਬ ਜਿਹੜਾ ਆ -2 ਅੱਖਰ ਵਾ ਇਸ ਵਿਅੰਜਕ ਦਾ ਜਾਂ ਇਸ ਬਹੁਪਦ ਦਾ ਸਿਫਰ ਹੈ। ਮੈਂ ਇੱਥੇ ਲਿਖਿਆ ਬਹੁਪਦ x ਜਮਾ 2 ਦਾ ਸਿਫਰ ਹੈ। ਸੋ ਹੋਰ ਕੋਈ ਵੀ ਅੱਖਰ ਇਹਦਾ ਸਿਫਰ ਨਹੀਂ ਆ ਸਕਦਾ। ਹੁਣ ਤੁਸੀਂ ਦੇਖ ਲਓ ਇਹਦੀ ਜਿਹੜੀ ਘਾਤ ਵਾ, ਇਸ ਬਹੁਪਦ ਦੀ ਘਾਤ ਕਿੰਨੀ, ਸਭ ਤੋਂ ਵੱਡੀ ਘਾਤ ਕਿੰਨੀ, 1। ਸੋ ਘਾਤ 1 ਵਾ, ਤੇ ਸਿਫਰ ਵੀ ਕਿੰਨੇ ਆਏ ਆ ਇਹਦੇ, ਸਿਫਰਾਂ ਦੀ ਗਿਣਤੀ ਕਹਿ ਲਓ, ਸਿਫਰਾਂ ਦੀ ਗਿਣਤੀ ਜਿਹੜੀ ਹੈ ਉਹ 1 ਹੈ। ਕਿੰਨਾ ਆਇਆ, ਸਿਰਫ -2। ਸੋ ਹੋਰ ਇਹਦਾ ਕੋਈ ਵੀ ਅੱਖਰ ਤੁਸੀਂ ਲੱਭੋਗੇ ਤੁਹਾਨੂੰ ਜਿਹੜਾ ਉਹ ਨਹੀਂ ਲੱਭੇਗਾ। ਸੋ ਨੈਕਸਟ ਤੁਸੀਂ ਦੇਖ ਸਕਦੇ ਆ ਕਿ ਸਾਡੇ ਕੋਲ ਸਿਫਰ ਪਤਾ ਕਰਨ ਦਾ ਸਿਧਾਂਤ ਕੀ ਹੈ। ਦੇਖੋ ਇਹ ਤਾਂ ਮੈਂ ਰੈਂਡਮਲੀ ਸੋਚ ਕੇ ਲੱਭਿਆ ਕਿ -2 ਫਿੱਟ ਕਰ ਦਾਂਗੇ ਤੇ ਆ ਜਾਊਗਾ, ਬਟ ਉਦਾਂ ਅਦਰਵਾਈਜ਼ ਕੀ ਕਰਨਾ, ਵੈਸੇ ਅਸੀਂ ਮੇਨ ਡਿਟੇਲ ਦੇ ਵਿੱਚ ਪੜਾਂਗੇ ਵੀ। x ਜਮਾ 2 ਨੂੰ ਅਸੀਂ ਆਪਣੇ ਕੋਲੋਂ ਹੀ 0 ਦੇ ਬਰਾਬਰ ਰੱਖ ਕੇ ਫਿਰ ਅਸੀਂ ਇਹਦਾ ਇੱਕ ਜਿਹੜੀ ਆ ਸਮੀਕਰਨ ਨੂੰ ਹੱਲ ਕਰ ਦੇਣਾ। ਅਸੀਂ ਕਿੱਦਾਂ ਕਰਦੇ ਹੁੰਦੇ ਸੀ 8ਵੀਂ ਜਮਾਤ ਦੇ ਵਿੱਚ, ਕਿ ਜਿਹੜਾ ਗਿਣਤੀ ਵਾਲਾ ਅੱਖਰ ਇਹਨੂੰ ਉਧਰ ਲੈ ਜਾਓ ਬਰਾਬਰ ਦੇ, ਤੇ ਇਹਦਾ ਆਨਸਰ -2 ਆ ਜਾਏਗਾ। ਸੋ ਇਸ ਤਰੀਕੇ ਨਾਲ ਅਸੀਂ ਜਿਹੜਾ x ਦਾ ਮੁੱਲ ਕੱਢ ਲਾਂਗੇ। ਜੇ ਮੈਂ ਹੋਰ ਐਗਜ਼ਾਮਪਲ ਲਵਾਂ, ਮੰਨ ਲਓ ਸਪੋਜ਼ ਕਰੋ 2x + 5 ਵਾ, ਤਾਂ ਮੈਂ ਕੀ ਕਰੂੰਗਾ, ਇਹਨੂੰ ਬਰਾਬਰ 0 ਮੰਨੂਗਾ। ਇਹ ਇੱਕ ਬਹੁਪਦ ਵਾ ਸਾਡੇ ਕੋਲ, ਠੀਕ ਹੈ, ਇਹ ਇੱਕ ਬਹੁਪਦ ਹੈ ਸਾਡੇ ਕੋਲ, ਤੇ ਇਹਦਾ ਜੇ ਮੈਂ ਸਿਫਰ ਕੱਢਣਾ ਤਾਂ ਮੈਂ ਪਹਿਲਾਂ 5 ਨੂੰ ਉਧਰ ਲੈ ਜਾਊਂਗਾ, ਇਹ -5 ਹੋ ਜਾਏਗਾ, ਠੀਕ ਹੈ। ਫਿਰ 2 ਨੀਚੇ ਆ ਜਾਏਗਾ, ਬਟਾ 2 ਆ ਜਾਏਗਾ। ਸੋ ਸਾਡਾ ਇਹ ਜਿਹੜਾ ਇਹਦਾ ਸਿਫਰ ਆ ਜਾਏਗਾ, ਮਤਲਬ -5/2 ਇਹਦਾ ਸਿਫਰ ਜਿਹੜਾ ਵਾ ਉਹ ਆ ਜਾਏਗਾ, ਠੀਕ ਹੈ। ਸੋ ਉਦੋਂ ਨੈਕਸਟ ਸਾਡੇ ਕੋਲ ਬਹੁਪਦਾਂ ਦੇ, ਮੈਂ ਤੁਹਾਨੂੰ ਦੱਸਿਆ ਸੀ ਬਹੁਪਦ ਦੀਆਂ 3 ਚੀਜ਼ਾਂ ਹੁੰਦੀਆਂ ਵਾ, ਇੱਕ ਘਾਤ ਹੁੰਦਾ ਵਾ, ਇੱਕ ਸਿਫਰ ਹੁੰਦਾ ਵਾ, ਇੱਕ ਅਲੇਖ ਹੁੰਦਾ ਵਾ। ਹੁਣ ਅਲੇਖ ਜਿਹੜਾ ਵਾ, ਹੁਣ ਅਲੇਖ ਤੋਂ ਸਮਝਣਾ ਇਹਦਾ ਗ੍ਰਾਫ ਹੋ ਸਕਦਾ ਕੋਈ ਵੀ, ਜਿੱਦਾਂ ਬਹੁਪਦ ਨੂੰ ਅਸੀਂ px ਨਾਲ ਲਿਖਦੇ ਹਾਂ। ਸੋ ਇਹਦਾ ਗ੍ਰਾਫ ਹੋ ਸਕਦਾ, ਉਹ ਇਦਾਂ ਦਾ ਵੀ ਹੋ ਸਕਦਾ, ਉਹ ਕੱਲੀ ਇੱਕ ਸਿੱਧੀ ਰੇਖਾ ਵੀ ਹੋ ਸਕਦੀ, ਉਹਦਾ ਇੱਕ u ਵੀ ਬਣ ਸਕਦਾ ਵਾ, ਠੀਕ ਹੈ। ਕਈ ਤਰ੍ਹਾਂ ਦਾ ਜਿਹੜਾ ਵਾ ਉਹ ਗ੍ਰਾਫ ਹੋ ਸਕਦਾ। ਇਹ ਤੁਸੀਂ ਆਪਣੇ ਦਿਮਾਗ 'ਚ ਰੱਖਣਾ ਕਿ ਹਰ ਬਹੁਪਦ ਦਾ ਇੱਕ ਗ੍ਰਾਫ ਹੁੰਦਾ ਵਾ, ਤੇ ਉਹ ਬਣਾਉਣਾ ਸਿੱਖਣਾ ਸਾਡੇ ਸਿਲੇਬਸ ਦੇ ਵਿੱਚ ਨਹੀਂ ਹੈਗਾ। ਜਦੋਂ ਅਸੀਂ ਵੱਡੀਆਂ ਕਲਾਸਾਂ ਦੇ ਵਿੱਚ ਮੈਥ ਪੜਾਂਗੇ ਤਾਂ ਸਾਨੂੰ ਉਹ ਡਿਟੇਲ ਦੇ ਵਿੱਚ ਕਰਾਇਆ ਜਾਊਗਾ, ਠੀਕ ਹੈ। ਸੋ ਸਾਨੂੰ ਮੇਨ ਪਤਾ ਹੋਣਾ ਚਾਹੀਦਾ ਕਿ ਬਹੁਪਦ ਦਾ ਘਾਤ ਹੁੰਦਾ ਹੈ, ਸਿਫਰ ਹੁੰਦੇ ਆ, ਤੇ ਉਹਦਾ ਇੱਕ ਅਲੇਖ ਬਣਦਾ ਵਾ। ਨੈਕਸਟ ਜੋ ਇੰਪੋਰਟੈਂਟ ਥਿੰਗ ਆ ਸਾਡੇ ਕੋਲ, ਕਿ ਬਹੁਪਦਾਂ ਦੇ ਸਿਫਰਾਂ ਦਾ ਜਮੈਤੀ ਅਰਥ, ਜਮੈਤੀ ਮਤਲਬ ਜਿਓਮੈਟ੍ਰੀਕਲੀ ਕੀ ਦਰਸਾਉਂਦੇ ਆ, ਉਹ ਮੈਂ ਉਹ ਦੱਸਣ ਲੱਗਾ। ਕਿ ਜਿਓਮੈਟ੍ਰੀਕਲੀ ਦੇਖੋ, ਮੈਂ ਤੁਹਾਨੂੰ ਦੱਸਿਆ ਸੀ ਬਹੁਪਦ ਦਾ ਇੱਕ ਅਲੇਖ ਹੁੰਦਾ ਵਾ। ਜੇਕਰ ਕਿਸੇ ਬਹੁਪਦ ਦਾ ਅਲੇਖ x ਧੁਰੇ ਨੂੰ 5 ਵਾਰ ਕੱਟਦਾ ਹੈ ਤਾਂ ਉਸਦੇ 5 ਸਿਫਰ ਹੁੰਦੇ ਆ, ਮਤਲਬ ਸਿਫਰਾਂ ਦੀ ਗਿਣਤੀ ਕਿੰਨੀ ਹੁੰਦੀ ਆ, 5 ਹੁੰਦੀ। ਹੁਣ ਦੇਖੋ ਇਹ ਜਿਹੜਾ ਅਲੇਖ ਵਾ ਕਿੰਨੀ ਵਾਰੀ ਕੱਟਿਆ, 1 ਵਾਰੀ, 2 ਵਾਰੀ, 3 ਵਾਰੀ, 4 ਵਾਰੀ ਤੇ 5 ਵਾਰੀ, ਹੋਰ ਕਿਤੇ ਨਹੀਂ ਕੱਟਿਆ। ਸੋ ਇਸ ਕਰਕੇ ਇਹਦੇ ਸਿਫਰਾਂ ਦੀ ਗਿਣਤੀ ਕਿੰਨੀ ਹੋਵੇਗੀ, 5। ਜੇਕਰ ਕਿਸੇ ਬਹੁਪਦ ਦਾ ਅਲੇਖ x ਧੁਰੇ ਨੂੰ 1 ਵਾਰ ਕੱਟਦਾ ਵਾ, ਜਿਵੇਂ ਹੁਣ ਦੇਖੋ ਇਹ 1 ਵਾਰੀ ਕੱਟਿਆ ਵਾ, ਸੋ ਇਹਦੇ ਸਿਫਰਾਂ ਦੀ ਗਿਣਤੀ ਕਿੰਨੀ ਹੋ ਗਈ, 1 ਹੋ ਗਿਆ। ਤੇ ਇਹ ਜਦੋਂ 1 ਵਾਰੀ ਕੱਟਦਾ ਵਾ ਤੇ ਉਹਨੂੰ ਰੇਖੀ ਬਹੁਪਦ ਕਹਿੰਦੇ, ਅਦਰਵਾਈਜ਼ ਇਦਾਂ ਕਰਵ ਜੀ ਬਣ ਜਾਂਦੀ ਹੈ, ਜਾਂ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਬਣ ਸਕਦੀਆਂ, ਉਹ ਸਾਡੇ ਮੇਨਲੀ ਅਸੀਂ ਧਿਆਨ ਦੇ ਵਿੱਚ ਰੱਖਣਾ। ਸੋ ਹੁਣ ਦੇਖੋ ਇੱਕ ਮੈਂ ਚੀਜ਼ ਲਿਖਿਆ, ਅਲੇਖ, ਘਾਤ ਤੇ ਸਿਫਰਾਂ ਦਾ ਸੰਬੰਧ। ਦੇਖੋ 3 ਚੀਜ਼ਾਂ ਹੁੰਦੀਆਂ ਬਹੁਪਦ ਦੀਆਂ, ਅਲੇਖ ਹੁੰਦੇ ਆ, ਘਾਤ ਹੁੰਦੇ ਆ, ਸਿਫਰ ਹੁੰਦੇ ਆ। ਕਿਸੇ ਬਹੁਪਦ ਦਾ ਜਿੰਨਾ ਘਾਤ ਹੋਵੇਗਾ ਉਨੀ ਹੀ ਉਹਦੇ ਸਿਫਰਾਂ ਦੀ ਗਿਣਤੀ ਹੋਵੇਗੀ। ਤੁਸੀਂ ਦੇਖੋ ਮੈਂ ਤੁਹਾਨੂੰ ਦੱਸਿਆ ਸੀ ਵੀ ਜਦੋਂ ਕੋਈ ਗ੍ਰਾਫ ਬਣੂਗਾ, ਇਹਦਾ ਮਤਲਬ ਇਹ 2 ਵਾਰੀ x ਧੁਰੇ ਨੂੰ ਕੱਟਿਆ, 1 ਵਾਰੀ ਇੱਥੇ, 2 ਵਾਰੀ ਦੂਜੀ ਵਾਰੀ ਇੱਥੇ, ਸੋ ਇਹਦਾ ਘਾਤ 2 ਹੋ ਗਿਆ, ਸਿਫਰਾਂ ਦੀ ਗਿਣਤੀ ਵੀ 2 ਹੋ ਗਈ, ਤੇ ਇਹ ਇਦਾਂ ਦਾ ਕੋਈ ਬਹੁਪਦ ਹੋਵੇਗਾ, ਮਤਲਬ 2 ਘਾਤੀ ਜਿਹੜਾ ਇਹ ਬਹੁਪਦ ਹੋਵੇਗਾ। ਮਤਲਬ ਜਿੰਨਾ ਘਾਤ ਹੋਵੇਗਾ ਉਨੇ ਹੀ ਉਹਦੇ ਸਿਫਰਾਂ ਦੀ ਗਿਣਤੀ ਹੋਵੇਗੀ, ਤੇ ਉਨੀ ਵਾਰੀ ਉਹ x ਧੁਰੇ ਨੂੰ ਕੱਟੇਗਾ। ਜਿੱਦਾਂ ਇੱਥੇ ਕੱਟਿਆ 1 ਵਾਰੀ, 1 ਵਾਰੀ ਇੱਥੇ ਕੱਟਿਆ। ਸੋ ਇਹ ਤੁਹਾਡੇ ਦਿਮਾਗ ਦੇ ਵਿੱਚ ਹੋਣਾ ਚਾਹੀਦਾ। ਸੋ ਇਹ ਸਾਡੇ ਕੋਲ ਮੇਨ ਡਿਟੇਲ 'ਚ ਜਾਣਕਾਰੀ ਹੈ। ਜੇ ਤੁਸੀਂ ਇੱਕ ਵਾਰੀ ਧਿਆਨ ਨਾਲ ਸੁਣ ਲਓਗੇ ਤਾਂ ਤੁਹਾਨੂੰ ਕਲੀਅਰਲੀ ਪਤਾ ਲੱਗ ਜਾਊਗਾ। ਆਪਣੇ ਨੋਟਸ ਬਣਾ ਲਓਗੇ ਤਾਂ ਉਹਨਾਂ ਨੂੰ ਇੱਕ ਵਾਰੀ ਦੁਬਾਰਾ ਰੀਡ ਕਰੋਗੇ
ਤਾਂ ਤੁਹਾਨੂੰ ਇਹ ਕਦੀ ਵੀ ਜ਼ਿੰਦਗੀ ਦੇ ਵਿੱਚ ਭੁੱਲੂਗਾ ਨਹੀਂ। ਤੁਹਾਡੇ ਕੋਲੋਂ ਕੋਈ ਵੀ ਬਾਹਰੋਂ ਆ ਕੇ ਕੋਈ ਕੁਐਸਚਨ ਪੁੱਛ ਲਵੇ, ਕੋਈ ਵੀ ਤੁਸੀਂ ਕੰਪੀਟੀਸ਼ਨ ਐਗਜ਼ਾਮ 'ਚ ਜਾਓ, ਤੁਹਾਨੂੰ ਪੋਲੀਨੋਮੀਅਲ ਬਾਰੇ ਕੱਲੀ ਡਿਟੇਲ ਦੇ ਵਿੱਚ ਤੁਸੀਂ ਉਹਦਾ ਆਨਸਰ ਵਧੀਆ ਤਰੀਕੇ ਨਾਲ ਦੇ ਸਕਦੇ ਆ। ਹੁਣ ਅਸੀਂ ਕਰਦੇ ਹਾਂ ਅੱਗੇ ਮੇਨ ਸਾਡੀ ਜਿਹੜੀ ਪ੍ਰਸ਼ਨਾਵਲੀ ਆ 2.1 ਕਰਦੇ ਹਾਂ, ਗਿਣਤੀ ਪਤਾ ਕਰੋ। ਠੀਕ ਹੈ ਜੀ। ਸੋ ਕਲੀਅਰਲੀ ਇੱਥੇ ਕਿਤੇ ਵੀ ਨਹੀਂ ਕੱਟਦਾ, ਸੋ ਅਸੀਂ ਕਹਿਤਾ ਕਿ ਇਹ ਸਿਫਰਾਂ ਦੀ ਗਿਣਤੀ ਕਿੰਨੀ ਹੈ, 0 ਹੈ। ਠੀਕ ਹੈ, ਕਲੀਅਰ। ਸੋ ਨੈਕਸਟ ਜਦੋਂ ਅਸੀਂ ਦੂਜੇ 'ਚ ਦੇਖਦੇ ਹਾਂ ਤੇ ਸਾਡਾ ਜਿਹੜਾ ਇੱਕ ਪੁਆਇੰਟ ਸਾਡੇ ਕੋਲ ਆਉਂਦਾ ਵਾ ਜਿਹੜਾ x ਧੁਰੇ ਨੂੰ ਕੱਟਦਾ ਵਾ। ਸੋ ਮੈਂ ਸਿੰਪਲੀ ਲਿਖਿਆ ਕਿ px ਬਹੁਪਦ ਦਾ ਗ੍ਰਾਫ x ਧੁਰੇ ਨੂੰ ਇੱਕ ਬਿੰਦੂ ਤੇ ਕੱਟਦਾ ਹੈ। ਸੋ ਸਿਫਰਾਂ ਦੀ ਗਿਣਤੀ ਕਿੰਨੀ ਆ ਜਾਊਗੀ, 1 ਇਸ ਸਥਿਤੀ ਦੇ ਵਿੱਚ। ਠੀਕ ਹੈ। ਸੋ ਨੈਕਸਟ ਜਦੋਂ ਅਸੀਂ ਕਰਦੇ ਹਾਂ ਤੀਜਾ ਵਾ ਸਾਡੇ ਕੋਲ, ਤੀਜੇ ਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਤਾਂ ਇੱਥੇ ਕੱਟ ਗਿਆ, ਦੂਜਾ ਇੱਥੇ ਕੱਟ ਗਿਆ, ਤੀਜਾ ਇੱਥੇ ਕੱਟ ਗਿਆ। ਅਸੀਂ x ਧੁਰੇ ਨੂੰ ਹੀ ਦੇਖਣਾ ਵਾ ਬਸ। ਸੋ 3 ਜਗ੍ਹਾ ਤੇ ਕੱਟ ਗਿਆ। ਠੀਕ ਹੈ, 3 ਜਗ੍ਹਾ ਤੇ ਕੱਟ ਗਿਆ। ਸੋ ਸਿੰਪਲੀ ਮੈਂ ਕੀ ਲਿਖਿਆ ਕਿ ਸਾਡੇ ਕੋਲ px ਬਹੁਪਦ ਦਾ ਗ੍ਰਾਫ x ਧੁਰੇ ਨੂੰ 3 ਬਿੰਦੂਆਂ ਤੇ ਕੱਟਦਾ ਹੈ। ਸੋ ਦੇਅਰਫੋਰ ਜਾਂ ਇਸ ਲਈ ਸਿਫਰਾਂ ਦੀ ਗਿਣਤੀ 3 ਹੈ। ਠੀਕ ਹੈ। ਸੋ ਨੈਕਸਟ ਸਾਡੇ ਕੋਲ ਚੌਥਾ ਸਮ ਆ। ਚੌਥੇ ਸਮ ਦੇ ਵਿੱਚ ਜੇ ਅਸੀਂ ਦੇਖਦੇ ਹਾਂ ਤਾਂ ਸਾਡੇ ਕੋਲ ਦੇਖੋ ਆਹ ਇੱਕ ਗ੍ਰਾਫ ਬਣਦਾ ਜਿਹੜਾ U ਬਣਿਆ ਹੋਇਆ ਵਾ। ਤੁਸੀਂ ਦੇਖੋ ਇਹ ਧਿਆਨ ਨਾਲ ਦੇਖੋਗੇ ਤੇ ਇੱਕ ਬਿੰਦੂ ਆ ਵਾ ਤੇ ਇੱਕ ਬਿੰਦੂ ਇਹ ਵਾਲਾ ਵਾ, 2 ਬਿੰਦੂਆਂ ਤੇ ਕੱਟਦਾ। ਸੋ ਮੈਂ ਕੀ ਲਿਖਿਆ, ਬਹੁਪਦ ਦਾ ਆਲੇਖ x ਧੁਰੇ ਨੂੰ 2 ਬਿੰਦੂਆਂ ਤੇ ਕੱਟਦਾ ਹੈ। ਸੋ ਸਿਫਰਾਂ ਦੀ ਗਿਣਤੀ ਕਿੰਨੀ ਹੋ ਗਈ ਹੈ, 2। ਸੋ ਉਦੋਂ ਨੈਕਸਟ ਸਾਡੇ ਕੋਲ ਪੰਜਵਾਂ ਸਮ ਹੈ। ਸੋ ਪੰਜਵੇਂ ਸਮ ਤੇ ਜਦੋਂ ਅਸੀਂ ਆਉਂਦੇ ਹਾਂ ਤੇ ਸਾਡੇ ਕੋਲ ਕਾਫੀ ਇਦਾਂ MG ਟਾਈਪ ਇੱਕ ਕਰਵ ਬਣੀ ਆ। ਤੁਸੀਂ ਦੇਖੋ ਪਹਿਲਾ ਬਿੰਦੂ ਇੱਕ ਆਹ, ਦੂਜਾ ਆਹ, ਤੀਜਾ ਆਹ, ਚੌਥਾ ਆਹ। ਸੋ ਮੈਂ ਕੀ ਲਿਖਿਆ, px ਬਹੁਪਦ ਦਾ ਆਲੇਖ ਜਾਂ ਗ੍ਰਾਫ x ਧੁਰੇ ਨੂੰ 4 ਬਿੰਦੂਆਂ ਤੇ ਕੱਟਦਾ ਹੈ। ਸੋ ਸਿਫਰਾਂ ਦੀ ਗਿਣਤੀ ਕਿੰਨੀ ਆ ਗਈ, 4। ਕਿਉਂਕਿ ਸਾਡੇ ਕੋਲ ਹਰ ਵਾਰੀ ਸਿਫਰਾਂ ਦੀ ਗਿਣਤੀ ਹੀ ਪਤਾ ਕਰਨ ਲਈ ਕਿਹਾ ਗਿਆ ਵਾ। ਇੱਕ ਲਾਈਨ ਤੁਸੀਂ ਮੇਨ ਲਿਖਣੀ ਆ। ਆਹ ਇਹਦੀ ਐਕਸਪਲੇਨੇਸ਼ਨ ਆ। 2 ਲਾਈਨਾਂ ਦੇ ਵਿੱਚ ਸਾਡਾ ਕੰਪਲੀਟ ਕੋਈ ਵੀ ਜਿਹੜਾ ਨੰਬਰ ਨਹੀਂ ਕੱਟ ਸਕਦਾ। ਸੋ ਇਹਦੇ ਵਿੱਚ ਧਿਆਨ ਨਾਲ ਦੇਖਣਾ ਪਊਗਾ, ਬਹੁਤ ਛੋਟਾ ਜਿਹਾ ਇੱਕ ਤਾਂ ਇੱਥੇ ਕੱਟਦਾ। ਠੀਕ ਹੈ, ਇੱਕ ਹੁਣ ਇੱਥੋਂ ਥੱਲੇ ਨਹੀਂ ਆਇਆ, ਸਿਰਫ ਇੱਕੋ ਹੀ ਬਿੰਦੂ ਆ, ਟੱਚ ਕਰਕੇ ਛੂਹ ਕੇ ਚਲ ਗਿਆ। ਸੋ ਇਹ 2 ਹੋ ਗਿਆ, ਆ ਦੂਜਾ, ਆ ਪਹਿਲਾ, ਫਿਰ ਆ ਤੀਜਾ। ਠੀਕ ਹੈ। ਸੋ 3 ਹੀ ਬਿੰਦੂ ਆ, ਕਿਉਂਕਿ ਜੇ ਇਦਾਂ ਵਿੱਚੋਂ ਆਉਂਦਾ ਫਿਰ 4 ਹੋਣੇ ਸੀ। ਇਹ ਇੱਥੇ ਟੱਚ ਕੇ ਕਰਕੇ ਮੁੜ ਗਿਆ, ਮਤਲਬ ਇਦਾਂ ਆਇਆ, ਸਿੰਪਲੀ ਆਇਆ ਤੇ ਟੱਚ ਕਰਕੇ ਹੀ ਮੁੜ ਗਿਆ, ਬਸ ਇੱਕੋ ਹੀ ਬਿੰਦੂ। ਠੀਕ ਹੈ। ਸੋ ਇਹਦਾ ਮਤਲਬ ਇੱਥੇ ਕਹਿੰਦੇ 1 2 ਤੇ 3 ਬਿੰਦੂਆਂ ਤੇ ਕੱਟਦਾ। ਮੈਂ ਲਿਖਿਆ px ਬਹੁਪਦ ਦਾ ਗ੍ਰਾਫ x ਧੁਰੇ ਨੂੰ 3 ਬਿੰਦੂਆਂ ਤੇ ਕੱਟਦਾ ਹੈ। ਸੋ ਦੇਅਰਫੋਰ ਸਿਫਰਾਂ ਦੀ ਗਿਣਤੀ ਕਿੰਨੀ ਆ ਗਈ ਹੈ, ਸਾਡੇ ਕੋਲ 3 ਆ ਗਈ। ਸਿਫਰਾਂ ਦੀ ਗਿਣਤੀ ਕਿੰਨੀ ਆ ਗਈ, ਸਾਡੇ ਕੋਲ 3 ਆ ਗਈ ਹੈ। ਸੋ ਇਸ ਤਰੀਕੇ ਨਾਲ ਤੁਸੀਂ ਧਿਆਨ ਨਾਲ ਇਸ ਵੀਡੀਓ ਨੂੰ ਦੇਖ ਕੇ ਜੇ ਕੋਈ ਚੀਜ਼ ਤੁਹਾਨੂੰ ਸਮਝ ਨਹੀਂ ਲੱਗੀ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਆ। ਮੈਂ ਦੁਬਾਰਾ ਵੀਡੀਓ ਬਣਾ ਕੇ ਤੁਹਾਨੂੰ ਉਹ ਚੀਜ਼ ਐਕਸਪਲੇਨ ਕਰ ਦਊਂਗਾ। ਠੀਕ ਹੈ। ਸੋ ਤੁਸੀਂ ਇਹਦੇ ਧਿਆਨ ਨਾਲ ਇਹਨੂੰ ਦੇਖੋ ਤੇ ਸਮਝੋ। ਫਿਰ ਅੱਗੇ ਜਿਹੜੀ ਅਸੀਂ 2.2 ਐਕਸਰਸਾਈਜ਼ ਦੀ ਵੀਡੀਓ ਲੈ ਕੇ ਮੈਂ ਜਲਦੀ ਹੀ ਤੁਹਾਡੇ ਨਾਲ ਸਾਂਝੀ ਕਰੂੰਗਾ। ਠੀਕ ਹੈ। ਸੋ ਬਹੁਤ ਬਹੁਤ ਧੰਨਵਾਦ। ਅਗਲੀ ਵੀਡੀਓ ਦੇ ਨਾਲ ਮਿਲਦੇ ਹਾਂ। ਥੈਂਕ ਯੂ।